ऑडियो एंड वीडियो चेक करो राजे। सही है। गुड आफ्टरनून सारिਆਂ ਨੂੰ। गुड आफ्टरनून राजे। ऑडियो एंड वीडियो चेक करो। सही है। स्टार्ट करते हैं ਆਪਾਂ। गुड आफ्टरनून बच्चे, गुड आफ्टरनून। चेक करो राजे, ऑडियो एंड वीडियो सही है। ऑडियो एंड वीडियो सही आ रही है। स्टार्ट करिए। स्टार्ट करते हैं राजे ਆਪਾਂ। MCQ ਨੇ ਆਪਣੇ ਪੋਲਿਟੀ ਦੇ ਕੰਪਲੀਟ ਸਿਲੇਬਸ ਦੇ ਵਿੱਚੋਂ ਹੀ ਨੇ ਜਿਹੜੇ ਮੋਸਟ ਇੰਪੋਰਟੈਂਟ ਨੇ। ਇਹ ਸਾਰਿਆਂ ਦੇ ਲਈ ਇੰਪੋਰਟੈਂਟ ਨੇ। ਜੋ NTT ਵਾਲੇ ਨੇ ਉਹਨਾਂ ਦੇ ਲਈ ਵੀ ਇੰਪੋਰਟੈਂਟ ਨੇ। ਠੀਕ ਹੈ। NTT ETT ਕੈਡਰ ਐਂਡ PS ਟੈਟ C ਟੈਟ ਜਿੰਨੇ ਵੀ ਕੰਪੀਟੀਟਿਵ ਐਗਜ਼ਾਮ ਨੇ ਹਰੇਕ ਦੇ ਵਿੱਚ ਪੋਲਿਟੀ ਆਉਂਦੀ ਹੈ ਤੇ ਪੋਲਿਟੀ ਦੇ ਜਿਹੜੇ ਨੇ ਮੋਸਟ ਇੰਪੋਰਟੈਂਟ MCQ ਆਪਾਂ ਕਰਨ ਜਾ ਰਹੇ ਹਾਂ। ਠੀਕ ਹੈ। ਤੇ ਇਹ ਜਿਹੜੇ MCQ ਨੇ ਤੁਸੀਂ ਇਹਦੇ ਵਿੱਚ ਆਨਸਰ ਦੱਸਣਾ ਹੈ ਜਿਹੜਾ ਉਹ ਪਹਿਲਾਂ ਕੁਐਸਚਨ ਨੰਬਰ ਲਿਖ ਕੇ ਫਿਰ ਨਾਲ ਆਨਸਰ ਦੱਸਣਾ ਹੈ। ਠੀਕ ਹੈ। ਆਪਾਂ ਜ਼ਿਆਦਾ ਟਾਈਮ ਨਹੀਂ ਲਗਾਵਾਂਗੇ ਇਹਨਾਂ ਤੇ, ਸਿਰਫ ਤੁਹਾਨੂੰ 15 ਸੈਕਿੰਡ ਹੀ ਮਿਲਣ ਕਰਨਗੇ ਕੁਐਸਚਨ ਦੇ ਤੇ ਆਪਾਂ ਇਹਨੂੰ ਸਟਾਰਟ ਕਰਦੇ ਹਾਂ। फस्ट क्वेश्चन है राजे अपने को, विच ऑफ द फॉलोइंग सिस्टम ऑफ गवर्नमेंट वाज अडॉप्टेड बाय इंडिया। कहते ने केड़ा सिस्टम है निम्नलिखित विचों केड़ा सिस्टम भारत द्वारा अपनाया गया है। केड़ा है प्रेजिडेंशियल एंड फैडरल, प्रेजिडेंशियल एंड यूनिटरी, पार्लीमेंटरी एंड फैडरल या पार्लीमेंटरी एंड यूनिटरी। हाँ जी राजे, केड़ा सिस्टम है अपना जिहड़ा गवर्नमेंट का अपनाया होया इंडिया दे विच। हाँ जी, प्रेजिडेंशियल फैडरल है या प्रेजिडेंशियल यूनिटरी या पार्लीमेंटरी एंड फैडरल या पार्लीमेंटरी एंड यूनिटरी। देखो आपां जेकर गल करिए अपने तो है कि पार्लीमेंटरी फॉर्म ऑफ गवर्नमेंट एक दो तो सीधा ही अपने को रिजैक्ट हो गया ऑप्शन। ठीक है, दो तो सीधा ही रिमूव हो गया। उस तो बाद अपने को आ रहा पार्लीमेंटरी। ਆਪਾਂ ਕਰਿਆ ਸੀਗਾ ਫੀਚਰਸ ਆਫ ਕਨਸਟੀਟਿਊਸ਼ਨ ਦੇ ਵਿੱਚ ਜਿਹੜਾ ਪਾਰਲੀਮੈਂਟਰੀ ਐਂਡ ਫੈਡਰਲ ਸਿਸਟਮ ਹੈ ਆਪਣੇ ਵਾਲਾ। ਠੀਕ ਹੈ, ਕਿਹੜਾ ਹੈ ਆਪਣੇ ਕੋਲ ਪਾਰਲੀਮੈਂਟਰੀ ਐਂਡ ਫੈਡਰਲ ਸਿਸਟਮ। ਯੂਨਿਟਰੀ ਵੀ ਨਹੀਂ ਹੈਗਾ, ਫੈਡਰਲ ਹੈ ਆਪਣੇ ਕੋਲ। ਫੈਡਰਲ ਦਾ ਮਤਲਬ ਕੀ ਹੁੰਦਾ ਹੈ ਕਿ ਪਾਵਰਾਂ ਨੇ ਜਿਹੜੀਆਂ ਇਹਨਾਂ ਨੂੰ ਡਿਵਾਈਡ ਕਰਿਆ ਹੋਇਆ, ਜਿਵੇਂ ਸੈਂਟਰ ਦੇ ਕੋਲ ਨੇ ਕੁਝ ਕੁ ਅੱਗੇ ਸਟੇਟ ਦੇ ਕੋਲ ਨੇ ਤੇ ਫਿਰ ਅੱਗੇ ਲੋਕਲ ਗਵਰਨਮੈਂਟ ਦੇ ਕੋਲ। ਫੈਡਰਲ ਦਾ ਮਤਲਬ ਹੁੰਦਾ ਹੈ ਕਿ ਪਾਵਰ ਨੂੰ ਡਿਵਾਈਡ ਕਰਿਆ ਹੈ। ਪਾਰਲੀਮੈਂਟਰੀ ਫਾਰਮ ਆਫ ਗਵਰਨਮੈਂਟ ਜਿੱਥੇ ਮਤਲਬ ਦੋ ਸਦਨ ਹੋਣ, ਜਿਵੇਂ ਆਪਣੇ ਲੋਕ ਸਭਾ ਤੇ ਰਾਜ ਸਭਾ। ਠੀਕ ਹੈ ਰਾਜੇ ਸਾਰਿਆਂ ਦਾ। ਉਸ ਤੋਂ ਬਾਅਦ ਨੈਕਸਟ ਹੈ ਆਪਣੇ ਕੋਲ ਕੁਐਸਚਨ, ਹਾਊ ਮੈਨੀ ਮੈਂਬਰ ਆਰ ਨੋਮੀਨੇਟਡ ਬਾਏ ਦਾ ਪ੍ਰੈਜ਼ੀਡੈਂਟ ਇਨ ਰਾਜ ਸਭਾ। ਰਾਜ ਸਭਾ ਦੇ ਵਿੱਚ ਕਿੰਨੇ ਮੈਂਬਰ ਨੋਮੀਨੇਟ ਕੀਤੇ ਜਾਂਦੇ ਹਨ। ਪ੍ਰੈਜ਼ੀਡੈਂਟ ਦੁਆਰਾ ਰਾਜ ਸਭਾ ਦੇ ਵਿੱਚ ਕਿੰਨੇ ਮੈਂਬਰ ਨੋਮੀਨੇਟ ਕੀਤੇ ਜਾਂਦੇ ਹਨ। ਰਾਜ ਸਭਾ ਦੇ ਵਿੱਚ ਕਿੰਨੇ ਮੈਂਬਰ ਨੋਮੀਨੇਟ ਕੀਤੇ ਜਾਂਦੇ ਹਨ ਪ੍ਰੈਜ਼ੀਡੈਂਟ ਦੁਆਰਾ। हाँ जी, शरनाम मोंगा 12, एस कंबोज C, शीनू गुंबर C, बलजिंदर कौर C। ठीक है राजे, सही है सारिਆਂ ਦਾ। ਕੀ ਇਹ ਆਪਣੇ ਕੋਲ 12 ਮੈਂਬਰ ਨੇ ਜਿਹੜੇ ਪ੍ਰੈਜ਼ੀਡੈਂਟ ਦੁਆਰਾ ਨੋਮੀਨੇਟ ਕੀਤੇ ਜਾਂਦੇ ਨੇ ਰਾਜ ਸਭਾ ਦੇ ਵਿੱਚ। 12 ਹੁੰਦੇ ਕਿਹੜੇ ਕਿਹੜੇ ਨੇ ਆਪਾਂ ਯਾਦ ਰੱਖਣ ਦਾ ਤਰੀਕਾ ਕਰਿਆ ਸੀਗਾ ਕਲਾਸ ਦੇ ਨਾਲ। ਆਪਾਂ ਯਾਦ ਰੱਖਦੇ ਹਾਂ C ਨੂੰ ਕੱਟ ਤੋਂ L ਤੇ ਲਿਟਰੇਚਰ A ਤੇ ਆਰਟਸ, S ਤੇ सोशल वर्कर या सोशल साइंस या इनदे S ते साइंस। S ते सोशल वर्कर या सोशल साइंस ते S ते साइंस। ठीक है, इन्हां दे विचों आपां ने जिहड़े 12 मैंबर नोमीनेट कीते जांदे हन। ठीक है, उस तो बाद नैक्सट राजे अपने कोल नैक्सट क्वेश्चन है, द राज्य सभा कैन हैव एट मोस्ट। राज सभा दे किन्ने मैंबर हुंदे हन एट मोस्ट, वध तो वध किन्ने मैंबर ने राज सभा दे। राज सभा दे किन्ने मैंबर हन। राज सभा दे वध तो वध मैंबर। ठीक है राजे, लिटरेचर आर्ट्स सोशल साइंस एंड साइंस। हाँ जी, नैक्सट राज सभा दे वध तो वध मैंबर है।
ਰਾਜ ਸਭਾ ਦੇ ਨੇ ਜਿਹੜੇ ਵੱਧ ਤੋਂ ਵੱਧ ਮੈਂਬਰ ਪਰਮਿੰਦਰ ਕੌਰ ਸੀ ਆਪਸ਼ਨ, ਐਸ ਕੰਬੋਜ ਸੀ 250, ਬਿਲਕੁਲ ਸਹੀ ਹੈ ਰਾਜੇ। ਜਿਹੜੇ ਰਾਜ ਸਭਾ ਦੇ ਨੇ ਉਹ ਕਿੰਨੇ ਹੁੰਦੇ ਨੇ, ਮੈਕਸਿਮਮ ਮੈਂਬਰ ਦੀ ਸਟਰੈਂਥ 250 ਹੈ, ਠੀਕ ਹੈ। ਜੇਕਰ ਆਪਾਂ ਲੋਕ ਸਭਾ ਦੀ ਗੱਲ ਕਰੀਏ, ਲੋਕ ਸਭਾ ਦੇ ਵਿੱਚ ਕਿੰਨੇ ਹੁੰਦੇ ਨੇ 550। ਹੁਣ 550 ਨੇ, ਪਹਿਲਾਂ ਆਪਣੇ ਕੋਲ 552 ਹੁੰਦੇ ਸੀ, ਹੁਣ ਮੈਕਸਿਮਮ ਕਿੰਨੇ ਨੇ 550, ਠੀਕ ਹੈ। ਰਾਜ ਸਭਾ ਦੇ ਕਿੰਨੇ ਨੇ 250। ਜੇਕਰ ਐਟ ਪ੍ਰੈਜੈਂਟ ਦੀ ਗੱਲ ਕਰੀਏ, ਐਟ ਪ੍ਰੈਜੈਂਟ ਤੇ ਕਿੰਨੇ ਨੇ 245। ਜਿਹੜੇ 5 ਨੇ ਉਹ ਕਿੰਨਾ ਦੇ ਹੁੰਦੇ ਨੇ ਜੰਮੂ ਐਂਡ ਕਸ਼ਮੀਰ ਦੇ, ਉਹ ਜਿਹੜੀਆਂ ਸੀਟਾਂ ਨੇ ਉਹ ਖਾਲੀ ਨੇ ਆਪਣੇ ਕੋਲ, ਠੀਕ ਹੈ। ਤੇ ਮੈਕਸਿਮਮ 250 ਨੇ। ਜੇਕਰ ਐਟ ਪ੍ਰੈਜੈਂਟ ਆ ਜਾਂਦਾ ਫਿਰ 245 ਹੋਣੇ ਸੀ। ਜੇਕਰ ਇਹਦੇ ਵਿੱਚੋਂ ਪੁੱਛਿਆ ਹੁੰਦਾ ਰਾਜ ਸਭਾ ਦੇ ਵਿੱਚ ਪ੍ਰੈਜ਼ੀਡੈਂਟ ਦੁਆਰਾ ਕਿੰਨੇ ਨੋਮੀਨੇਟ ਕੀਤੇ ਹੁੰਦੇ ਨੇ 12, ਤੇ ਜੇਕਰ ਲੋਕ ਸਭਾ ਦੇ ਵਿੱਚ ਪੁੱਛਿਆ ਹੁੰਦਾ ਪ੍ਰੈਜ਼ੀਡੈਂਟ ਦੁਆਰਾ ਕਿੰਨੇ ਨੋਮੀਨੇਟ ਕੀਤੇ ਜਾਂਦੇ ਨੇ, ਕੋਈ ਵੀ ਨਹੀਂ ਹੁਣ ਕਰਿਆ ਜਾਂਦਾ। ਜਦੋਂ 552 ਹੁੰਦੇ ਸੀ ਉਸ ਟਾਈਮ 2 ਐਂਗਲੋ ਇੰਡੀਅਨ ਸੀ ਜਿਹੜੇ ਉਹ ਨੋਮੀਨੇਟ ਕੀਤੇ ਜਾਂਦੇ ਹੁੰਦੇ ਸੀ ਬਾਏ ਪ੍ਰੈਜ਼ੀਡੈਂਟ, ਠੀਕ ਹੈ ਰਾਜੇ। ਨੈਕਸਟ ਹੈ ਆਪਣੇ ਕੋਲ, ਇਹ ਜੱਜ ਗਿਵ ਡਿਸੀਜਨ ਔਨ ਏ ਕੇਸ। ਜੱਜ ਕਿਸ ਦੇ ਬਿਹਾਫ ਤੇ ਜਿਹੜਾ ਆਪਣਾ ਫੈਸਲਾ ਸੁਣਾਦਾ ਹੈ, ਠੀਕ ਹੈ। ਜੱਜ ਕਿਸ ਬੇਸ ਤੇ ਆਪਣਾ ਫੈਸਲਾ ਸੁਣਾਦਾ ਹੈ। ਫਸਟ ਹੈ ਆਪਣੇ ਕੋਲ ਔਨ ਦਾ ਬੇਸਿਸ ਆਫ ਆਰਗੂਮੈਂਟ, ਦਲੀਲ ਦੇ ਆਧਾਰ ਤੇ। ਔਨ ਦਾ ਬੇਸਿਸ ਆਫ ਹੀ ਪੇਡ, ਉਸ ਨੇ ਭੁਗਤਾਨ ਦੇ ਆਧਾਰ ਤੇ। ਔਨ ਦਾ ਬੇਸਿਸ ਆਫ ਐਵੀਡੈਂਸ, ਸਬੂਤ ਦੇ ਆਧਾਰ ਤੇ। ਔਨ ਦਾ ਬੇਸਿਸ ਆਫ ਪੁਲਿਸ ਇਨਕੁਆਇਰੀ, ਪੁਲਿਸ ਜਾਂਚ ਦੇ ਅਧਿਕਾਰ ਤੇ। ਆਪਾਂ ਫਿਲਮਾਂ ਦੇ ਵਿੱਚ ਵੀ ਦੇਖਿਆ ਹੋਣਾ ਹੈ ਕਿ ਇਹ ਅਦਾਲਤ ਜਿਹੜੀ ਕੀ ਹੈ ਕਿਹਦੇ ਆਧਾਰ ਤੇ ਫੈਸਲਾ ਦਿੰਦੀ ਹੈ, ਸੁਣਿਆ ਹੋਣਾ ਤੁਸੀਂ। ਇਹ ਜਿਹੜੀ ਅਦਾਲਤ ਹੈ ਸਬੂਤਾਂ ਦੇ ਆਧਾਰ ਤੇ ਫੈਸਲਾ ਦਿੰਦੀ ਹੈ। ਅਦਾਲਤ ਸਬੂਤਾਂ ਦੇ ਆਧਾਰ ਤੇ ਫੈਸਲਾ ਦਿੰਦੀ ਹੈ, ਠੀਕ ਹੈ। ਤੇ ਇਹ ਕੀ ਆਏਗਾ ਆਪਣੇ ਕੋਲ ਆਨਸਰ ਆਏਗਾ ਇਹਦੇ ਵਿੱਚ ਔਨ ਦਾ ਬੇਸਿਸ ਆਫ ਐਵੀਡੈਂਸ। ਔਨ ਦਾ ਬੇਸਿਸ ਆਫ ਐਵੀਡੈਂਸ, ਸਬੂਤਾਂ ਦੇ ਆਧਾਰ ਤੇ। ਸਬੂਤਾਂ ਦੇ ਆਧਾਰ ਤੇ ਜਿਹੜਾ ਹੈ ਫੈਸਲਾ ਸੁਣਾਇਆ ਜਾਂਦਾ ਹੈ, ਠੀਕ ਹੈ। ਸਬੂਤਾਂ ਦੇ ਆਧਾਰ ਤੇ ਫੈਸਲਾ ਸੁਣਾਇਆ ਜਾਂਦਾ ਹੈ। ਉਸ ਤੋਂ ਬਾਅਦ ਨੈਕਸਟ ਰਾਏ ਆਪਣੇ ਕੋਲ ਜੋਤੀ ਬਾਲਾ, ਸਹੀ ਹੈ ਰਾਜੇ, ਸਬੂਤਾਂ ਦੇ ਆਧਾਰ ਤੇ, ਬਿਲਕੁਲ ਸਹੀ ਹੈ। ਉਸ ਤੋਂ ਬਾਅਦ ਨੈਕਸਟ ਰਾਏ ਆਪਣੇ ਕੋਲ ਰਾਈਟ ਟੂ ਦਾ ਕਨਸਟੀਟਿਊਸ਼ਨਲ ਰੈਮਡੀਜ਼। ਰਾਈਟ ਟੂ ਕਨਸਟੀਟਿਊਸ਼ਨਲ ਰੈਮਡੀਜ਼ ਆਪਾਂ ਪੜ੍ਹਿਆ ਸੀਗਾ ਫੰਡਾਮੈਂਟਲ ਰਾਈਟ ਦੇ ਵਿੱਚ ਕਨਸਟੀਟਿਊਸ਼ਨਲ ਰੈਮਡੀਜ਼ ਆਉਂਦੇ ਨੇ। ਇਹਨਾਂ 'ਚ ਦੱਸਣਾ ਹੁਣ ਕਿਹੜਾ ਸਹੀ ਹੋਏਗਾ। ਐਕਸਕਲੂਡਡ ਦਾ ਰਾਈਟ ਟੂ ਐਜੂਕੇਸ਼ਨ ਐਕਟ 2009, ਸਿੱਖਿਆ ਅਧਿਕਾਰ ਐਕਟ 2019 ਨੂੰ ਬਾਹਰ ਕੱਢਦਾ ਹੈ। ਉਸ ਤੋਂ ਬਾਅਦ ਗਿਵ ਦਾ, ਪੰਜਾਬੀ ਦੇ ਵਿੱਚ ਕੁਝ ਕੁ ਮਿਸਟੇਕ ਵੀ ਹੋ ਸਕਦੇ ਨੇ, ਇੰਗਲਿਸ਼ ਵਾਲੇ ਬਿਲਕੁਲ ਸਹੀ ਨੇ, ਠੀਕ ਹੈ। ਗਿਵ ਦਾ ਜੁਡੀਸ਼ਰੀ ਦਾ ਪਾਵਰ ਟੂ ਸਟ੍ਰਾਈਕ ਡਨ ਏ ਲਾ ਇਨੈਕਟਡ ਬਾਏ ਦਾ ਪਾਰਲੀਮੈਂਟ। ਕੀ ਕਹਿੰਦੇ, ਨਿਆਂਪਾਲਕਾਂ ਨੂੰ ਸੰਸਦ ਦੁਆਰਾ ਬਣਾਏ ਗਏ ਕਾਨੂੰਨ ਅਨੁਸਾਰ ਹੜਤਾਲ ਕਰਨ ਦੀ ਤਾਕਤ ਦਿੱਤੀ ਜਾਵੇ। ਜਾਂ ਪ੍ਰੋਟੈਕਟ ਦਾ ਫੰਡਾਮੈਂਟਲ ਰਾਈਟ ਆਫ ਸਿਟੀਜ਼ਨ, ਜਾਂ ਇਜ਼ ਅਬਾਊਟ ਦਾ ਕੰਸਟੀਟਿਊਸ਼ਨ ਰਿਮਾਈਂਡਿੰਗ ਇਟਸੈਲਫ ਬਾਏ ਅਮੈਂਡਮੈਂਟ। ਹਾਂਜੀ, ਆਨਸਰ ਕੀ ਆਏਗਾ 5 ਦਾ ਸੀ, ਠੀਕ ਹੈ ਰਾਜੇ, ਬਿਲਕੁਲ। ਪ੍ਰੋਟੈਕਟ ਦਾ ਫੰਡਾਮੈਂਟਲ ਰਾਈਟ ਦਾ ਸਿਟੀਜ਼ਨ ਆਪਾਂ ਕਰਿਆ ਸੀਗਾ ਕਨਸਟੀਟਿਊਸ਼ਨਲ ਰੈਮਡੀਜ਼ ਅੰਡਰ ਆਰਟੀਕਲ 32 ਦੇ ਵਿੱਚ ਆਉਂਦਾ, ਜਿੰਦੇ ਵਿੱਚ 5 ਰਿਟਸ ਆਪਾਂ ਕਰੀਆਂ ਸੀ। 5 ਰਿਟਸ ਕਰੀਆਂ ਸੀ ਆਪਾਂ, ਹੈਬਸ ਕਾਰਪਸ, ਮੈਂਡੇਮਸ, ਸਰਸ਼ਿਓਰੀ, ਪ੍ਰੋਹਿਬਿਸ਼ਨ ਐਂਡ ਕਿਊਬਰੰਟੋ, ਠੀਕ ਹੈ। ਇਹ ਕਰਦਿਆਂ ਕੀ ਨੇ, ਇਹ ਜਿਹੜੇ ਆਪਣੇ ਫੰਡਾਮੈਂਟਲ ਰਾਈਟ ਨੇ, ਜਿਹੜੇ ਫੰਡਾਮੈਂਟਲ ਰਾਈਟ ਨੇ ਆਪਣੇ 12 to 35, ਉਹਨਾਂ ਦੇ ਕੀ ਹੈ ਮਤਲਬ ਕੋਈ ਜਿਹੜਾ ਨਾਗਰਿਕ ਹੈ ਉਹਦਾ ਹਨਨ ਨਾ ਕਰ ਸਕੇ, ਠੀਕ ਹੈ। ਉਹਨਾਂ ਨੂੰ ਕੀ ਹੈ, ਉਹਦੀ ਕੋਈ ਮਿਸਯੂਜ਼ ਨਾ ਕਰ ਸਕੇ ਉਹਦੇ, ਤਾਂ ਆਪਾਂ ਨੂੰ ਕੀ ਹੈ ਇਹਨਾਂ ਨੂੰ ਪ੍ਰੋਟੈਕਟ ਕਰਨ ਲਈ ਜਿਹੜਾ ਕਨਸਟੀਟਿਊਸ਼ਨਲ ਰੈਮਡੀ ਸੇ ਆਰਟੀਕਲ ਅੰਡਰ 32 ਦੇ ਇਹਨੂੰ ਪ੍ਰੋਟੈਕਟ ਕਰਿਆ ਜਾਂਦਾ ਹੈ। ਮਤਲਬ ਸੁਪਰੀਮ ਕੋਰਟ ਤੇ ਹਾਈ ਕੋਰਟ ਦੇ ਵਿੱਚ ਆਪਾਂ ਜਾ ਸਕਦੇ ਹਾਂ, ਠੀਕ ਹੈ। ਸੁਪਰੀਮ ਕੋਰਟ ਤੇ ਹਾਈ ਕੋਰਟ ਦੇ ਵਿੱਚ ਜਾ ਸਕਦੇ ਹਾਂ ਅੰਡਰ ਆਰਟੀਕਲ ਜਿਹੜਾ 32 ਦੇ। ਸੁਪਰੀਮ ਕੋਰਟ ਤੇ ਜਾਣਾ ਹੋਵੇ ਤਾਂ ਅੰਡਰ ਆਰਟੀਕਲ 32 ਤੇ, ਜੇਕਰ ਹਾਈ ਕੋਰਟ 'ਚ ਜਾਣਾ ਹੋਵੇ ਅੰਡਰ ਆਰਟੀਕਲ 226 ਦੇ, ਠੀਕ ਹੈ। ਇਹ ਸੀਗਾ ਆਪਣੇ ਕੋਲ ਕਨਸਟੀਟਿਊਸ਼ਨਲ ਰੈਮਡੀਜ਼। ਇਹਨੂੰ ਕੀ ਬੋਲਿਆ ਜਾਂਦਾ ਹੈ ਆਰਟੀਕਲ 32 ਨੂੰ, ਹਾਰਟ ਐਂਡ ਸਾਊਲ ਆਫ ਕਨਸਟੀਟਿਊਸ਼ਨਲ ਬਾਏ ਡਾਕਟਰ ਭੀਮ ਰਾਓ ਅੰਬੇਦਕਰ। ਡਾਕਟਰ ਭੀਮ ਰਾਓ ਅੰਬੇਦਕਰ ਦੁਆਰਾ ਬੋਲਿਆ ਗਿਆ ਸੀ। ਰਾਜੇ ਜਿਹੜਾ ਕੰਮ ਆਪਾਂ ਕਰ ਰਹੇ ਹਾਂ ਪਹਿਲਾਂ ਉਹ ਕਰੋ, ਆਫਲਾਈਨ ਨੂੰ ਛੱਡੋ ਇੱਕ ਵਾਰੀ। ਆਫਲਾਈਨ ਸਾਰੇ ਹੀ ਬੰਦ ਨੇ, ਇਹਦੇ 'ਚ ਕੁਝ ਵੀ ਨਹੀਂ ਕਰ ਸਕਦੇ, ਠੀਕ ਹੈ। ਉਸ ਤੋਂ ਬਾਅਦ ਨੈਕਸਟ ਹੈ ਟੂ ਇਲੈਕਟ ਦਾ ਪ੍ਰੈਜ਼ੀਡੈਂਟ ਆਫ ਇੰਡੀਆ ਵਿਚ ਵਨ ਆਫ ਦਾ ਫੋਲੋਇੰਗ ਇਲੈਕਸ਼ਨ ਪ੍ਰੋਸੀਜਰ ਇਜ਼ ਯੂਜ਼ਡ। ਜੇਕਰ ਆਪਾਂ ਰਾਸ਼ਟਰਪਤੀ ਨੂੰ ਇਲੈਕਟ ਕਰਨਾ ਹੋਵੇ ਤਾਂ ਇੰਡੀਆ ਦੇ ਰਾਸ਼ਟਰਪਤੀ ਨੂੰ ਇਲੈਕਟ ਕਰਨਾ ਹੈ ਤਾਂ ਉਹਦੇ ਵਿੱਚ ਕਿਹੜਾ ਇਲੈਕਸ਼ਨ ਦਾ ਪ੍ਰੋਸੀਜਰ ਯੂਜ਼ ਕਰਿਆ ਜਾਂਦਾ ਹੈ। ਹਾਂਜੀ,
ਕਿਹੜਾ ਪ੍ਰੋਸੀਜਰ ਯੂਜ਼ ਕਰਿਆ ਜਾਂਦਾ ਹੈ? ਫਸਟ ਹੈ ਆਪਣੇ ਕੋਲ ਸਿਸਟਮ ਆਫ ਪ੍ਰੋਪੋਰਸ਼ਨਲ ਰਿਪਰੈਜ਼ੈਂਟੇਸ਼ਨ ਬਾਈ ਮੀਨਸ ਆਫ ਦਾ ਸਿੰਗਲ ਟ੍ਰਾਂਸਫਰੇਬਲ ਵੋਟ। ਸੈਕਿੰਡ ਹੈ ਆਪਣੇ ਕੋਲ ਸੈਕੰਡਰੀ ਵੋਟਿੰਗ ਸਿਸਟਮ ਪ੍ਰੋਪੋਰਸ਼ਨਲ ਰਿਪਰੈਜ਼ੈਂਟਿੰਗ ਥਰੂ ਲਿਸਟ ਸਿਸਟਮ ਕਲੈਕਟਿਵ ਵੋਟਿੰਗ ਸਿਸਟਮ। ਹਾਂਜੀ ਕਿਹੜਾ ਸਹੀ ਹੈ? ਜਿਹੜੇ ਪੇਡ ਵਾਲੇ ਸਟੂਡੈਂਟ ਨੇ ਉਹਨਾਂ ਨੂੰ ਤਾਂ ਪਤਾ ਹੀ ਹੋਏਗਾ, ਕਰਵਾਇਆ ਹੋਇਆ ਚੰਗੀ ਤਰ੍ਹਾਂ। ਹਾਂਜੀ ਰਾਜੇ ਆਨਸਰ ਕੀ ਆਏਗਾ ਇਹਦੇ ਵਿੱਚ? ਸਿਸਟਮ ਆਫ ਪ੍ਰੋਪੋਰਸ਼ਨਲ ਰਿਪਰੈਜ਼ੈਂਟਿੰਗ ਬਾय ਮੀਨ ਆਫ ਸਿੰਗਲ ਟ੍ਰਾਂਸਫਰੇਬਲ ਵੋਟ। ਸਿੰਗਲ ਟ੍ਰਾਂਸਫਰੇਬਲ ਵੋਟਿੰਗ ਸਿਸਟਮ ਦੇ ਨਾਲ ਜਿਹੜਾ ਹੈ ਇਹਨੂੰ ਇਲੈਕਟ ਕਰਾਇਆ ਜਾਂਦਾ ਹੈ। ਠੀਕ ਹੈ ਸਿੰਗਲ ਟ੍ਰਾਂਸਫਰੇਬਲ ਵੋਟਿੰਗ ਮੈਥਡ ਦੇ ਨਾਲ ਪ੍ਰੈਜ਼ੀਡੈਂਟ ਨੂੰ ਇਲੈਕਟ ਕਰਿਆ ਜਾਂਦਾ ਹੈ। ਹੁਣ ਸਿੰਗਲ ਟ੍ਰਾਂਸਫਰੇਬਲ ਵੋਟਿੰਗ ਮੈਥਡ ਦਾ ਮਤਲਬ ਕੀ ਹੁੰਦਾ ਹੈ? ਇਹਦੇ ਵਿੱਚ ਕੀ ਹੈ? ਇਹਦਾ ਮਤਲਬ ਹੈ ਕਿ ਇੱਕ ਬੰਦਾ ਕਈਆਂ ਨੂੰ ਵੋਟ ਪਾ ਸਕਦਾ ਹੈ। ਠੀਕ ਹੈ ਇੱਕ ਬੰਦਾ ਕਈਆਂ ਨੂੰ ਵੋਟ ਕਰ ਸਕਦਾ ਹੈ। ਉਹ ਇਹਦੇ ਵਿੱਚ ਮਤਲਬ ਕੀ ਹੁੰਦਾ ਹੈ? ਇੱਕ ਜਿੰਨੇ ਵੀ ਮਤਲਬ ਆਪਣੇ ਕੋਲ ਕੀ ਹੈ, ਸਪੋਜ਼ ਕਰੋ ਆਪਣੇ ਕੋਲ ਜਿਹੜੇ ਪ੍ਰੈਜ਼ੀਡੈਂਟ ਦਾ ਇਲੈਕਸ਼ਨ ਦੇ ਵਿੱਚ ਜਿਨ੍ਹਾਂ ਨੇ ਵੋਟਿੰਗ ਕਰਨੀ ਹੈ 50 ਬੰਦੇ ਨੇ। ਠੀਕ ਹੈ 50 ਬੰਦੇ ਨੇ ਜਿਨ੍ਹਾਂ ਨੇ ਵੋਟਿੰਗ ਕਰਨੀ ਹੈ, ਜਿਨ੍ਹਾਂ ਨੇ ਵੋਟਿੰਗ ਕਰਨੀ ਹੈ ਉਹ 50 ਬੰਦੇ ਨੇ ਤੇ ਪ੍ਰੈਜ਼ੀਡੈਂਟ ਦਾ ਇਲੈਕਸ਼ਨ ਲੜ ਰਹੇ ਨੇ 3% ਪ੍ਰੈਜ਼ੀਡੈਂਟ ਦਾ ਇਲੈਕਸ਼ਨ ਲੜ ਰਹੇ ਨੇ। ਜਿਹੜੇ 3% ਨੇ ਉਹਨਾਂ ਦਾ ਨਾਮ ਹੈ A B ਤੇ C। ਠੀਕ ਹੈ ਹੁਣ ਜਿੰਨੇ 50 ਨੇ ਇੱਕ ਚਿੱਠੀ ਹੋਏਗੀ ਉਹਦੇ ਉੱਪਰ ਤਿੰਨਾਂ ਦਾ ਨਾਮ ਲਿਖਿਆ ਹੋਏਗਾ। 50 ਬੰਦਿਆਂ ਨੂੰ ਪਕੜਾਈ ਜਾਏਗੀ। ਜਿਹੜੇ ਬੰਦੇ ਨੂੰ ਜਿਹੜਾ ਬੰਦਾ ਪਸੰਦ ਹੋਏਗਾ ਉਹਦੇ ਤੇ ਉਹਨੂੰ ਫਸਟ ਪ੍ਰੈਫਰੈਂਸ ਦੇਣਗੇ। ਜਿਵੇਂ A B ਨੂੰ ਫਸਟ ਪ੍ਰੈਫਰੈਂਸ ਦੇਤੀ, A ਨੂੰ ਸੈਕਿੰਡ ਤੇ C ਨੂੰ ਥਰਡ। ਜਿਹਦੀ ਫਸਟ ਪ੍ਰੈਫਰੈਂਸ ਜ਼ਿਆਦਾ ਹੋਏਗੀ ਉਹਨੂੰ ਹੀ ਪ੍ਰੈਜ਼ੀਡੈਂਟ ਇਲੈਕਟ ਕਰਿਆ ਜਾਏਗਾ। ਠੀਕ ਹੈ ਉਹਨੂੰ ਹੀ ਪ੍ਰੈਜ਼ੀਡੈਂਟ ਇਲੈਕਟ ਕਰਿਆ ਜਾਂਦਾ ਹੈ। ਮਤਲਬ ਇੱਕ ਬੰਦੇ ਨੇ ਕਿੰਨਿਆਂ ਨੂੰ ਵੋਟ ਕਰਤੀ? 3 ਬੰਦਿਆਂ ਨੂੰ ਵੋਟ ਕਰਤੀ। ਇਹ ਹੁੰਦਾ ਸਿੰਗਲ ਟ੍ਰਾਂਸਫਰੇਬਲ ਵੋਟਿੰਗ ਮੈਥਡ। ਉਸ ਤੋਂ ਬਾਅਦ ਹੈ ਆਪਣੇ ਕੋਲ ਨੇਹਾ ਛਾਬੜਾ। PDF ਮਿਲ ਜਾਏਗੀ ਰਾਜੇ, PDF ਮਿਲ ਜਾਏਗੀ। ਦ ਮੈਕਸਿਮਮ ਏਜ ਪ੍ਰਿਸਕ੍ਰਾਈਬਡ ਫਾਰ ਇਲੈਕਸ਼ਨ ਐਜ਼ ਪ੍ਰੈਜ਼ੀਡੈਂਟ ਇਜ਼। ਪ੍ਰੈਜ਼ੀਡੈਂਟ ਦੇ ਇਲੈਕਸ਼ਨ ਵਾਸਤੇ ਮੈਕਸਿਮਮ ਏਜ ਕਿੰਨੀ ਹੋਣੀ ਚਾਹੀਦੀ ਹੈ? ਹਾਂਜੀ ਪ੍ਰੈਜ਼ੀਡੈਂਟ ਦੇ ਇਲੈਕਸ਼ਨ ਵਾਸਤੇ ਮੈਕਸਿਮਮ ਉਮਰ ਕਿੰਨੀ ਹੋਣੀ ਚਾਹੀਦੀ ਹੈ? ਪ੍ਰੈਜ਼ੀਡੈਂਟ ਦੇ ਇਲੈਕਸ਼ਨ ਲਈ ਉਮਰ ਕਿੰਨੀ ਹੋਣੀ ਚਾਹੀਦੀ ਹੈ? ਹਾਂਜੀ नेहा A, 7 ਦਾ AS ਕੰਬੋਜ, ਸ਼ੀਨੂ ਗੁੰਬਰ A। ਸਹੀ ਹੈ ਰਾਜੇ ਕੋਈ ਲਿਮਿਟ ਨਹੀਂ ਹੁੰਦੀ ਮੈਕਸਿਮਮ ਦੀ। ਠੀਕ ਹੈ ਮੈਕਸਿਮਮ ਜਿੰਨੀ ਮਰਜ਼ੀ ਹੋ ਸਕਦੀ ਹੈ, ਕੋਈ ਲਿਮਿਟ ਨਹੀਂ। ਮਿਨੀਮਮ ਦੀ ਗੱਲ ਕਰੀਏ ਤਾਂ ਪ੍ਰੈਜ਼ੀਡੈਂਟ ਦੇ ਇਲੈਕਸ਼ਨ ਦੇ ਵਿੱਚ ਮਿਨੀਮਮ ਕਿੰਨੀ ਹੋਣੀ ਚਾਹੀਦੀ ਹੈ? 35। ਮਿਨੀਮਮ ਕਿੰਨੀ ਹੋਣੀ ਚਾਹੀਦੀ ਹੈ? 35। ਠੀਕ ਹੈ 35 ਈਅਰ ਹੋਣੀ ਚਾਹੀਦੀ ਹੈ ਮਿਨੀਮਮ। ਘੱਟ ਤੋਂ ਘੱਟ ਉਮਰ ਹੈ ਜਿਹੜੀ 35 ਸਾਲ ਹੋਏ ਪ੍ਰੈਜ਼ੀਡੈਂਟ ਦਾ ਪ੍ਰੈਜ਼ੀਡੈਂਟ ਬਣਨ ਲਈ। ਠੀਕ ਹੈ ਵੱਧ ਤੋਂ ਵੱਧ ਕਿੰਨੀ ਹੋਣੀ ਚਾਹੀਦੀ ਹੈ? ਕੋਈ ਵੀ ਲਿਮਿਟ ਨਹੀਂ ਹੈਗੀ। ਉਸ ਤੋਂ ਬਾਅਦ ਨੈਕਸਟ ਹੈ ਆਪਣੇ ਕੋਲ ਹਾਊ ਮੈਨੀ ਟਾਈਪ ਆਫ ਐਮਰਜੈਂਸੀ ਹੈਵ ਬੀਨ ਵਿਜ਼ੂਅਲਾਈਜ਼ਡ ਇਨ ਦਾ ਕਨਸਟੀਟਿਊਸ਼ਨ ਆਫ ਇੰਡੀਆ। ਕਿੰਨੇ ਤਰ੍ਹਾਂ ਦੀ ਐਮਰਜੈਂਸੀ ਹੈ ਜਿਹੜੀ ਕਨਸਟੀਟਿਊਸ਼ਨ ਇੰਡੀਆ ਦੇ ਵਿੱਚ ਹੈ? ਉਹ ਹੈ ਰਾਜੇ ਆਪਣੇ ਕੋਲ, ਉਹ ਹੈ ਆਪਣੇ ਕੋਲ ਹਾਂਜੀ ਆਪਣੇ ਕੋਲ 3 ਟਾਈਪ ਦੀ ਐਮਰਜੈਂਸੀ ਹੈ। ਕਿਹੜੀ ਕਿਹੜੀ ਹੈ ਆਪਣੇ ਕੋਲ? ਫਸਟ ਹੈ ਆਪਣੇ ਕੋਲ ਨੈਸ਼ਨਲ ਐਮਰਜੈਂਸੀ, ਨੈਸ਼ਨਲ ਐਮਰਜੈਂਸੀ। ਉਸ ਤੋਂ ਬਾਅਦ ਗੱਲ ਕਰੀਏ ਤਾਂ ਸੈਕਿੰਡ ਹੈ ਆਪਣੇ ਕੋਲ ਸਟੇਟ ਐਮਰਜੈਂਸੀ। ਉਸ ਤੋਂ ਬਾਅਦ ਇੱਕ ਫਿਨੈਂਸ਼ੀਅਲ ਐਮਰਜੈਂਸੀ। ਨੇਹਾ B, ਰਾਜਪ੍ਰੀਤ ਕੰਬੋਜ B। ਸਹੀ ਹੈ ਰਾਜੇ 8 ਦਾ 3 ਨੇ। ਠੀਕ ਹੈ ਬਲਜੀਤ ਸਿੰਘ 8 ਦਾ C ਨਹੀਂ ਭਾਈ, 8 ਦਾ ਕੀ ਹੈ? 3 ਨੰਬਰ। 3 ਐਮਰਜੈਂਸੀ ਹੁੰਦੀ 3 ਪ੍ਰਕਾਰ ਦੀ। ਠੀਕ ਹੈ ਕਿਹੜੀ ਕਿਹੜੀ ਹੈ? ਨੈਸ਼ਨਲ ਸਟੇਟ ਐਂਡ ਫਿਨੈਂਸ਼ੀਅਲ। 3 ਤਰ੍ਹਾਂ ਦੀ ਐਮਰਜੈਂਸੀ ਹੈ ਨੈਸ਼ਨਲ ਸਟੇਟ ਐਂਡ ਫਿਨੈਂਸ਼ੀਅਲ ਐਮਰਜੈਂਸੀ। ਠੀਕ ਹੈ ਯਾਦ ਰੱਖ ਲਿਆ ਦੇ। ਜੇਕਰ ਆਰਟੀਕਲ ਵੀ ਯਾਦ ਕਰਨੇ ਨੇ, ਜਿਹੜੀ ਨੈਸ਼ਨਲ ਐਮਰਜੈਂਸੀ ਹੈ ਅੰਡਰ ਆਰਟੀਕਲ 352 ਤੇ ਸਟੇਟ ਐਮਰਜੈਂਸੀ ਅੰਡਰ ਆਰਟੀਕਲ 356 ਤੇ ਫਿਨੈਂਸ਼ੀਅਲ ਐਮਰਜੈਂਸੀ ਅੰਡਰ ਆਰਟੀਕਲ 360। ਠੀਕ ਹੈ ਉਸ ਤੋਂ ਬਾਅਦ ਨੈਕਸਟ ਹੈ ਆਪਣੇ ਕੋਲ ਇਫ ਦਾ ਆਫਿਸ ਆਫ ਪ੍ਰੈਜ਼ੀਡੈਂਟ, ਇਫ ਦਾ ਆਫਿਸ ਆਫ ਪ੍ਰੈਜ਼ੀਡੈਂਟ of India fall vacant within what time should the next president be elected। ਕੀ ਕਹਿ ਰਹੇ ਨੇ? ਜੇਕਰ ਪ੍ਰੈਜ਼ੀਡੈਂਟ ਦਾ ਆਫਿਸ ਖਾਲੀ ਹੋ ਜਾਏ ਤਾਂ ਉਹ ਕਿੰਨੀ ਦੇਰ ਤੱਕ ਆਫਿਸ ਆਫ ਦਾ ਪ੍ਰੈਜ਼ੀਡੈਂਟ ਆਫ ਇੰਡੀਆ fall vacant within time ਕਿੰਨੇ ਟਾਈਮ ਤੱਕ ਉਹਨੂੰ ਭਰਨਾ ਹੁੰਦਾ? ਮਤਲਬ ਕਿੰਨੇ ਟਾਈਮ ਤੱਕ ਉਹਨੂੰ ਕੀ ਹੈ
ਜਿਹੜਾ ਪ੍ਰੈਜ਼ੀਡੈਂਟ ਆਪਾਂ ਚੂਜ਼ ਕਰਨਾ ਹੁੰਦਾ ਹੈ। ਹਾਂਜੀ ਆਨਸਰ ਕੀ ਆਏਗਾ? ਕਿੰਨਾ ਟਾਈਮ ਹੁੰਦਾ ਮੈਕਸਿਮਮ, ਕਿੰਨੇ ਟਾਈਮ ਤੱਕ ਉਹਦਾ ਜਿਹੜਾ ਵੇਕੈਂਟ ਰਹਿ ਸਕਦਾ ਹੈ, ਮਤਲਬ ਉਹਦੇ ਪ੍ਰੈਜ਼ੀਡੈਂਟ ਦੀ ਜਗ੍ਹਾ ਤੇ ਕੋਈ ਐਕਟਿੰਗ ਪ੍ਰੈਜ਼ੀਡੈਂਟ ਆ ਸਕਦਾ ਹੈ। ਉਹ ਹੈ ਆਪਣੇ ਕੋਲ ਵਿਦਿਨ 6 ਮੰਥ। ਠੀਕ ਹੈ, 6 ਮਹੀਨਿਆਂ ਦੇ ਅੰਦਰ ਅੰਦਰ ਆਪਾਂ ਕੀ ਹੈ ਪ੍ਰੈਜ਼ੀਡੈਂਟ ਦਾ ਇਲੈਕਸ਼ਨ ਕਰਾ ਕੇ ਨਵਾਂ ਪ੍ਰੈਜ਼ੀਡੈਂਟ ਬਣਾਉਣਾ ਹੁੰਦਾ ਹੈ। ਜਿਨ੍ਹਾਂ ਨੇ ਕਰਵਾਇਆ ਹੈ ਪੇਡ ਵਾਲਿਆਂ ਨੂੰ, ਜਿਨ੍ਹਾਂ ਨੇ ਕਲਾਸਾਂ ਦੇਖੀਆਂ ਨੇ, ਸਾਰਾ ਕੁਝ ਕਰਵਾਇਆ ਹੈ ਚੰਗੀ ਤਰ੍ਹਾਂ। ਠੀਕ ਹੈ, ਉਸ ਤੋਂ ਬਾਅਦ ਨੈਕਸਟ ਹੈ ਆਪਣੇ ਕੋਲ ਦਾ ਪ੍ਰੈਜ਼ੀਡੈਂਟ ਆਫ ਇੰਡੀਆ। The President of India is elected by an electoral college comprising of। ਹਾਂਜੀ ਇਲੈਕਟੋਰਲ ਕਾਲਜ ਕਿਹਦੇ ਤੋਂ ਬਣਿਆ ਹੁੰਦਾ ਜਦੋਂ ਪ੍ਰੈਜ਼ੀਡੈਂਟ ਦੇ ਕੇਸ ਦੇ ਵਿੱਚ ਪ੍ਰੈਜ਼ੀਡੈਂਟ ਆਫ ਇੰਡੀਆ ਕਿਹਨਾਂ ਦੁਆਰਾ ਇਲੈਕਟ ਕਰਾਇਆ ਜਾਂਦਾ ਪ੍ਰੈਜ਼ੀਡੈਂਟ? ਫਸਟ ਹੈ ਆਪਣੇ ਕੋਲ ਇਲੈਕਟਡ ਮੈਂਬਰ ਆਫ ਲੋਕ ਸਭਾ ਐਂਡ ਸਟੇਟ ਲੈਜਿਸਲੇਟਿਵ ਅਸੈਂਬਲੀ। ਉਸ ਤੋਂ ਬਾਅਦ ਸੈਕਿੰਡ ਹੈ ਇਲੈਕਟਡ ਮੈਂਬਰ ਆਫ ਬੋਥ ਹਾਊਸ ਆਫ ਪਾਰਲੀਮੈਂਟ ਐਂਡ ਸਟੇਟ ਲੈਜਿਸਲੇਟਿਵ ਅਸੈਂਬਲੀ। ਥਰਡ ਹੈ ਆਪਣੇ ਕੋਲ ਇਲੈਕਟਡ ਮੈਂਬਰ ਆਫ ਬੋਥ ਹਾਊਸ ਆਫ ਪਾਰਲੀਮੈਂਟ। ਡੀ ਹੈ ਆਪਣੇ ਕੋਲ ਇਲੈਕਟਡ ਮੈਂਬਰ ਆਫ ਸਟੇਟ ਲੈਜਿਸਲੇਟਿਵ ਅਸੈਂਬਲੀ। ਆਪਾਂ ਕਰਿਆ ਸੀਗਾ ਕੀ ਹੈ ਇਲੈਕਟਡ ਮੈਂਬਰ ਆਫ ਐਮਪੀ ਆਫ ਪਾਰਲੀਮੈਂਟ। ਪਾਰਲੀਮੈਂਟ ਮਤਲਬ ਬੋਥ ਹਾਊਸ, ਪਾਰਲੀਮੈਂਟ ਲੋਕ ਸਭਾ ਪਲੱਸ ਰਾਜ ਸਭਾ। ਠੀਕ ਹੈ, ਉਸ ਤੋਂ ਬਾਅਦ ਐਮਐਲਏ ਆਫ ਆਲ ਸਟੇਟ, ਐਮਐਲਏ ਆਫ ਆਲ ਸਟੇਟ, ਐਮਐਲਏ ਆਫ ਆਲ ਸਟੇਟ। ਠੀਕ ਹੈ, ਤਾਂ ਆਨਸਰ ਕੀ ਹੋਏਗਾ ਆਪਣੇ ਕੋਲ? ਬੀ ਆਨਸਰ, ਇਲੈਕਟਡ ਮੈਂਬਰ ਆਫ ਬੋਥ ਹਾਊਸ ਆਫ ਪਾਰਲੀਮੈਂਟ ਐਂਡ ਸਟੇਟ ਲੈਜਿਸਲੇਟਿਵ ਅਸੈਂਬਲੀ। ਜਿੰਨੀਆਂ ਵੀ ਸਟੇਟਾਂ ਨੇ ਹਰੇਕ ਸਟੇਟ ਦੇ ਐਮਐਲਏ ਆਣਗੇ ਤੇ ਇਲੈਕਟਡ ਮੈਂਬਰ ਹੋਣਗੇ ਬੋਥ ਹਾਊਸ ਦੇ, ਲੋਕ ਸਭਾ ਐਂਡ ਰਾਜ ਸਭਾ ਦੇ। ਠੀਕ ਹੈ ਜੀ, ਓਨਲੀ ਇਲੈਕਟਡ ਹੋਣੇ ਚਾਹੀਦੇ ਨੇ, ਨੋਮੀਨੇਟਡ ਨਹੀਂ ਆਣਗੇ। ਇਹ ਜਿਹੜਾ ਕੇਸ ਹੈ ਆਪਣੇ ਕੋਲ ਲਿਖਿਆ ਹੋਏਗਾ, ਜੇਕਰ ਲਿਖਿਆ ਹੋਏ ਮੈਂਬਰ, ਜੇਕਰ ਇਲੈਕਟਡ ਨਾ ਲਿਖਿਆ ਹੋਏ ਮੈਂਬਰ ਆਫ ਬੋਥ ਹਾਊਸ ਲਿਖਿਆ ਹੋਏ ਫਿਰ ਗਲਤ ਹੋਏਗਾ। ਓਨਲੀ ਇਲੈਕਟਡ ਮੈਂਬਰ ਆਫ ਬੋਥ ਹਾਊਸ ਆਫ ਪਾਰਲੀਮੈਂਟ ਐਂਡ ਸਟੇਟ ਲੈਜਿਸਲੇਟਿਵ ਅਸੈਂਬਲੀ। ਠੀਕ ਹੈ ਰਾਜੇ। ਉਸ ਤੋਂ ਬਾਅਦ ਨੈਕਸਟ ਕੁਐਸਚਨ ਹੈ ਆਪਣੇ ਕੋਲ, ਐਨੀਮੇਸ਼ਨ ਬਹੁਤ ਘੈਂਟ ਲੱਗੇ ਹੋਏ ਨੇ ਅੱਜ ਤਾਂ। ਨੈਕਸਟ ਕੁਐਸਚਨ ਹੈ ਇਫ ਦਾ ਪ੍ਰੈਜ਼ੀਡੈਂਟ ਵਾਂਟ ਟੂ ਰਿਜ਼ਾਈਨ ਫਰੋਮ ਆਫਿਸ ਹੀ ਮੇ ਡੂ ਸੋ ਬਾਈ ਰਾਈਟਿੰਗ ਟੂ ਦਾ। ਪ੍ਰੈਜ਼ੀਡੈਂਟ ਰਿਜ਼ਾਈਨ ਕਿਹਨੂੰ ਦਿੰਦਾ ਹੈ? ਕੁਐਸਚਨ ਦਾ ਕਹਿਣ ਦਾ ਮਤਲਬ ਕੀ ਹੈ ਪ੍ਰੈਜ਼ੀਡੈਂਟ ਰਿਜ਼ਾਈਨ ਕਿਹਨੂੰ ਦੇਗਾ? ਹਾਂਜੀ ਪ੍ਰੈਜ਼ੀਡੈਂਟ ਰਿਜ਼ਾਈਨ ਕਿਹਨੂੰ ਦਿੰਦਾ ਹੈ? ਪ੍ਰੈਜ਼ੀਡੈਂਟ ਰਿਜ਼ਾਈਨ ਕਿਹਨੂੰ ਦੇਗਾ? ਵਾਈਸ ਪ੍ਰੈਜ਼ੀਡੈਂਟ ਨੂੰ। ਠੀਕ ਹੈ, ਐਸ ਕੰਬੋਜ 11 ਡੀ, ਨੇਹਾ 11 ਏ, ਬਲਜੀਤ 11 ਡੀ। ਡੀ ਆਨਸਰ ਸਹੀ ਹੈ ਰਾਜੇ। ਜਿਹੜਾ ਪ੍ਰੈਜ਼ੀਡੈਂਟ ਹੈ ਉਹ ਰਿਜ਼ਾਈਨ ਕਿਹਨੂੰ ਦਿੰਦਾ ਹੁੰਦਾ ਹੈ? ਵਾਈਸ ਪ੍ਰੈਜ਼ੀਡੈਂਟ ਨੂੰ। ਠੀਕ ਹੈ, ਪ੍ਰੈਜ਼ੀਡੈਂਟ ਰਿਜ਼ਾਈਨ ਦੇਗਾ ਵਾਈਸ ਪ੍ਰੈਜ਼ੀਡੈਂਟ ਨੂੰ ਤੇ ਵਾਈਸ ਪ੍ਰੈਜ਼ੀਡੈਂਟ ਦਿੰਦਾ ਹੁੰਦਾ ਹੈ ਪ੍ਰੈਜ਼ੀਡੈਂਟ ਨੂੰ। ਵਾਈਸ ਪ੍ਰੈਜ਼ੀਡੈਂਟ ਪ੍ਰੈਜ਼ੀਡੈਂਟ ਨੂੰ ਤੇ ਪ੍ਰੈਜ਼ੀਡੈਂਟ ਵਾਈਸ ਪ੍ਰੈਜ਼ੀਡੈਂਟ ਨੂੰ। ਨੈਕਸਟ ਕੁਐਸਚਨ ਹੈ ਰਾਜੇ ਆਪਣੇ ਕੋਲ the maximum duration for which the vice president may office as the president। ਪਿੱਛੇ ਆਪਾਂ ਕਰਿਆ ਵੈਸੇ ਥੋੜਾ ਜਿਹਾ ਘੁਮਾ ਕੇ ਪੁੱਛਿਆ ਹੈ। ਇਹਦੇ ਵਿੱਚ ਪੁੱਛਿਆ ਹੈ ਕਿ ਜਿਹੜਾ ਵੱਧ ਤੋਂ ਵੱਧ ਕਿੰਨੇ ਸਮੇਂ ਤੱਕ ਜਿਹੜਾ ਵਾਈਸ ਪ੍ਰੈਜ਼ੀਡੈਂਟ ਹੈ ਪ੍ਰੈਜ਼ੀਡੈਂਟ ਦੇ ਆਫਿਸ ਤੇ ਰਹਿ ਸਕਦਾ ਹੈ। ਵੱਧ ਤੋਂ ਵੱਧ ਕਿੰਨੇ ਟਾਈਮ ਤੱਕ ਵਾਈਸ ਪ੍ਰੈਜ਼ੀਡੈਂਟ ਉਪ ਰਾਸ਼ਟਰਪਤੀ ਪ੍ਰੈਜ਼ੀਡੈਂਟ ਦੇ ਅਹੁਦੇ ਤੇ ਰਹਿ ਸਕਦਾ ਹੈ? ਕਿੰਨੇ ਟਾਈਮ ਤੱਕ? 6 ਮਹੀਨੇ ਤੱਕ। ਠੀਕ ਹੈ, 6 ਮਹੀਨੇ ਦੇ ਅੰਦਰ ਅੰਦਰ ਜਿਹੜਾ ਪ੍ਰੈਜ਼ੀਡੈਂਟ ਦਾ ਇਲੈਕਸ਼ਨ ਕਰਵਾਉਣਾ ਹੁੰਦਾ ਹੈ। 12 ਦਾ ਬੀ ਸਹੀ ਹੈ ਰਾਜੇ, ਬਿਲਕੁਲ ਸਹੀ ਹੈ। ਕੰਬੋਜ ਸਹੀ ਹੈ, ਬਿਲਕੁਲ ਸਹੀ। ਉਸ ਤੋਂ ਬਾਅਦ ਨੈਕਸਟ ਰਾਜੇ ਆਪਣੇ ਕੋਲ ਦਾ ਸੁਪਰੀਮ ਕਮਾਂਡਰ ਆਫ ਮਿਲਟਰੀ ਇਨ ਇੰਡੀਆ ਇਜ਼। ਸੁਪਰੀਮ ਕਮਾਂਡਰ ਕਰਵਾਇਆ ਸੀਗਾ ਤੁਹਾਨੂੰ, ਮੋਸਟ ਇੰਪੋਰਟੈਂਟ ਹੈ। ਸੁਪਰੀਮ ਕਮਾਂਡਰ ਕਿਹਨੂੰ ਬੋਲਿਆ ਜਾਂਦਾ ਹੈ? ਸੁਪਰੀਮ ਕਮਾਂਡਰ ਆਫ ਮਿਲਟਰੀ ਆਫ ਇੰਡੀਆ। ਹਾਂਜੀ ਕੌਣ ਹੁੰਦਾ ਹੈ ਆਪਣੇ ਕੋਲ? ਦਾ ਪ੍ਰੈਜ਼ੀਡੈਂਟ। ਸੁਪਰੀਮ ਕਮਾਂਡਰ ਕੌਣ ਹੈ? ਦਾ ਪ੍ਰੈਜ਼ੀਡੈਂਟ। ਉਸ ਤੋਂ ਬਾਅਦ ਨੈਕਸਟ ਰਾਜੇ ਆਪਣੇ ਕੋਲ ਦਾ ਕਰੰਟ ਪ੍ਰੈਜ਼ੀਡੈਂਟ ਇਜ਼। ਜਿਹੜਾ ਹੁਣ ਪ੍ਰੈਜ਼ੀਡੈਂਟ ਹੈ ਉਹ ਕਿਹਨੂੰਵਾਂ ਪ੍ਰੈਜ਼ੀਡੈਂਟ ਹੈ? ਹਾਂਜੀ ਦਾ ਕਰੰਟ ਪ੍ਰੈਜ਼ੀਡੈਂਟ ਇਜ਼ ਸਹੀ ਹੈ। ਸਿਮਰਨ ਤਮੀਜਾ, ਸ਼ੀਨੂ ਕੁੰਬਰ, ਰਾਜਪ੍ਰੀਤ ਕੰਬੋਜ, ਕਰਨ ਪੰਧੂ, ਨੇਹਾ ਛਾਬੜਾ। ਸਹੀ ਹੈ ਰਾਜੇ, ਬਿਲਕੁਲ। ਹਾਂਜੀ 14 ਨੰਬਰ ਕੁਐਸਚਨ ਦਾ ਕਰੰਟ ਪ੍ਰੈਜ਼ੀਡੈਂਟ ਇਜ਼।
14 ਦਾ ਡੀ ਸ਼ੀਨੂ ਗੁੰਬਰ ਰਾਜਪ੍ਰੀਤ ਡੀ। ਸਹੀ ਹੈ ਰਾਜੇ। ਹੁਣ ਵਾਲਾ ਜਿਹੜਾ ਹੈ ਉਹ ਕਿਨੂੰ ਹੈ 14th ਪ੍ਰੈਜ਼ੀਡੈਂਟ ਹੈ। ਠੀਕ ਹੈ, ਕਰੰਟ ਪ੍ਰੈਜ਼ੀਡੈਂਟ ਹੈ ਜਿਹੜਾ ਉਹ ਕਿਨੂੰ ਹੈ ਆਪਣੇ ਕੋਲ 14th। ਤੇ ਪ੍ਰੈਜ਼ੀਡੈਂਟ ਹੈ ਕਿਹੜਾ ਆਪਣਾ ਹੁਣ? ਪ੍ਰੈਜ਼ੀਡੈਂਟ ਕਿਹੜਾ ਹੈ ਆਪਣਾ? ਰਾਮਨਾਥ ਕੋਵਿੰਦ। ਰਾਮਨਾਥ ਕੋਵਿੰਦ। ਠੀਕ ਹੈ, ਤੇ ਇਸ ਤੋਂ ਪਹਿਲਾਂ ਕਿਹੜਾ ਸੀਗਾ? ਇਹ 14th ਹੈ। 13th ਕਿਹੜਾ ਸੀਗਾ? ਹਾਮਿਦ ਅੰਸਾਰੀ। ਹਾਮਿਦ ਅੰਸਾਰੀ। ਠੀਕ ਹੈ, ਜਿਹੜਾ 13 ਨੰਬਰ ਸੀ ਉਹ ਕੌਣ ਸੀ? ਹਾਮਿਦ ਅੰਸਾਰੀ। ਜੇਕਰ ਫਸਟ ਦੀ ਗੱਲ ਕਰੀਏ, ਫਸਟ ਕੌਣ ਸੀਗਾ ਪ੍ਰੈਜ਼ੀਡੈਂਟ? ਡਾਕਟਰ ਰਜਿੰਦਰ ਪ੍ਰਸਾਦ। ਡਾਕਟਰ ਰਜਿੰਦਰ ਪ੍ਰਸਾਦ। ਠੀਕ ਹੈ, ਉਸ ਤੋਂ ਬਾਅਦ ਇਹ ਨੈਕਸਟ ਹੈ ਆਪਣੇ ਕੋਲ ਰਾਜੇ, who appoints the prime minister of India? who appoints the prime minister of India? ਭਾਰਤ ਦੇ ਪ੍ਰਧਾਨ ਮੰਤਰੀ ਨੂੰ ਕੌਣ ਅਪੁਆਇੰਟ ਕਰਦਾ ਹੈ? ਅਪੁਆਇੰਟ ਵਾਲਾ ਆ ਜਾਏ ਤਾਂ ਆਪਾਂ ਤੁਹਾਨੂੰ ਦੱਸਿਆ ਸੀ ਮੋਸਟ ਪ੍ਰੋਬੇਬਲ ਤਾਂ ਇੱਕੋ ਹੀ ਆਨਸਰ ਹੋਏਗਾ ਪੁਆਇੰਟ ਦੇ ਕੇਸ ਵਿੱਚ, ਉਹ ਕਿਹੜਾ ਹੈ? ਪ੍ਰੈਜ਼ੀਡੈਂਟ। ਜ਼ਿਆਦਾਤਰ ਮੈਂਬਰਾਂ ਨੂੰ ਕੌਣ ਅਪੁਆਇੰਟ ਕਰਦਾ ਹੁੰਦਾ ਹੈ? ਪ੍ਰੈਜ਼ੀਡੈਂਟ। ਠੀਕ ਹੈ, ਪ੍ਰਾਈਮ ਮਿਨਿਸਟਰ ਨੂੰ ਅਪੁਆਇੰਟ ਕੌਣ ਕਰਦਾ ਹੈ? ਪ੍ਰੈਜ਼ੀਡੈਂਟ। ਉਸ ਤੋਂ ਬਾਅਦ ਨੈਕਸਟ ਰਾਜੇ 15B ਪ੍ਰੈਜ਼ੀਡੈਂਟ। ਸਹੀ ਹੈ। ਉਸ ਤੋਂ ਬਾਅਦ ਨੈਕਸਟ ਹੈ ਦਾ ਫਸਟ ਵੂਮੈਨ ਗਵਰਨਰ ਆਫ ਏ ਸਟੇਟ ਇਨ ਫ੍ਰੀ ਇੰਡੀਆ। ਫਸਟ ਵੂਮੈਨ ਗਵਰਨਰ। ਹਾਂਜੀ, ਫਸਟ ਵੂਮੈਨ ਗਵਰਨਰ। फर्स्ट वूमेन गवर्नर। फर्स्ट वूमेन गवर्नर किसी नूं पता है तो दस सकता है? 16 ਦਾ सी सरोजनी नायडू, 16 ਦਾ सी नेहा, रेणुका सी, सरबजीत कौर सी, अनीता बत्रा 16 ਦਾ सी। सही है राजे। ਇਹ ਜਿਹੜਾ ਸੀਗਾ ਫਸਟ ਵੂਮੈਨ ਗਵਰਨਰ ਉਹ ਕੌਣ ਸੀਗੀ? ਸਰੋਜਨੀ ਨਾਇਡੂ। ਠੀਕ ਹੈ, ਇਹ ਕਿੱਥੋਂ ਦੀ ਸੀ? ਯੂਪੀ 'ਚ ਬਣੀ ਸੀਗੀ ਗਵਰਨਰ। ਠੀਕ ਹੈ, ਫਸਟ ਗਵਰਨਰ ਆਫ ਸਟੇਟ ਇਨ ਫ੍ਰੀ ਇੰਡੀਆ ਦੇ ਵਿੱਚ ਉਹ ਕੌਣ ਸੀ? ਸਰੋਜਨੀ ਨਾਇਡੂ। ਜੇਕਰ ਆਪਾਂ ਇੰਦਰਾ ਗਾਂਧੀ ਦੀ ਗੱਲ ਕਰੀਏ, ਇਹ ਕੌਣ ਸੀਗੀ? ਫਸਟ PM ਆਫ ਇੰਡੀਆ। ਫਸਟ ਵੂਮੈਨ ਪ੍ਰਾਈਮ ਮਿਨਿਸਟਰ। ਫਸਟ ਵੂਮੈਨ PM ਆਫ ਇੰਡੀਆ ਉਹ ਕੌਣ ਸੀਗੀ? ਇੰਦਰਾ ਗਾਂਧੀ। ਜੇਕਰ ਵਿਜੇ ਲక్ష్ਮੀ ਪੰਡਤ ਦੀ ਗੱਲ ਕਰੀਏ, ਇਹ ਕੌਣ ਸੀਗੀ? ਵਿਜੇ ਲక్ష్ਮੀ ਪੰਡਤ। ਹਾਂਜੀ, ਇਹ ਵੀ ਗਵਰਨਰ ਰਹੀ ਹੈ ਇਹ, ਬਟ ਇਹ ਕਿੰਨਵੀਂ ਗਵਰਨਰ ਸੀਗੀ? ਵਿਜੇ ਲక్ష్ਮੀ ਪੰਡਤ। ਇਹ ਥਰਡ ਵੂਮੈਨ ਗਵਰਨਰ ਸੀਗੀ। ਠੀਕ ਹੈ, ਇਹ ਥਰਡ ਵੂਮੈਨ ਗਵਰਨਰ ਸੀ। ਥਰਡ ਵੂਮੈਨ ਗਵਰਨਰ। ਠੀਕ ਹੈ, ਤੇ ਇਹ ਜੇਕਰ ਗੱਲ ਕਰੀਏ ਆਪਾਂ ਉਸ ਤੋਂ ਬਾਅਦ ਸੁਚੇਤਾ ਕ੍ਰਿਪਲਾਨੀ, ਇਹ ਕੀ ਸੀਗੀ? ਇਹ ਫਸਟ CM, ਫਸਟ ਵੂਮੈਨ CM ਆਫ ਯੂਪੀ ਦੀ CM ਸੀਗੀ। UNA ਦੀ ਵੀ ਪ੍ਰੈਜ਼ੀਡੈਂਟ ਰਹੀ ਹੈ ਵਿਜੇ ਲక్ష్ਮੀ ਪੰਡਤ। ਹਾਂਜੀ ਸਹੀ ਹੈ, ਬਿਲਕੁਲ UNA ਦੀ ਵੀ ਹੈ ਪ੍ਰੈਜ਼ੀਡੈਂਟ ਰਹੀ ਹੈ ਵਿਜੇ ਲక్ష్ਮੀ ਪੰਡਤ, ਤੇ ਥਰਡ ਵੂਮੈਨ ਗਵਰਨਰ ਵੀ ਸੀ। ਉਸ ਤੋਂ ਬਾਅਦ ਨੈਕਸਟ ਰਾਜੇ ਆਪਣੇ ਕੋਲ मिनिमम एज रिक्वायर्ड टू कंटेस्ट ऑफ प्रेजिडेंटशिप इज। प्रेजिडेंट दे इलैक्शन वास्ते घट तो घट कितनी उम्र चाहिए है? पिछे आप करके आए हैं, कितनी होनी चाहिए है? 35 साल। घट तो घट 35 साल होनी चाहिए है। ठीक है, वध तो वध जिन्नी मर्जी हो सकती है। उस तो बाद नैक्सट है वो आज द फस्ट प्राइम मिनिस्टर ऑफ इंडिया। भारत का पहला प्रधानमंत्री किहड़ा सी? जिन्हों यह क्वेश्चन नहीं पता उन्होंने तो समझो कुछ भी नहीं आता। ਭਾਰਤ ਦਾ ਪਹਿਲਾ ਪ੍ਰਧਾਨ ਮੰਤਰੀ ਕੌਣ ਸੀਗਾ? ਉਹ ਹੈ ਆਪਣੇ ਕੋਲ ਪੰਡਿਤ ਜਵਾਹਰ ਲਾਲ ਨਹਿਰੂ। ਪੰਡਿਤ ਜਵਾਹਰ ਲਾਲ ਨਹਿਰੂ। ਠੀਕ ਹੈ, ਪਹਿਲਾ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ। 18 ਦਾ ਸੀ ਪ੍ਰਧਾਨ ਮੰਤਰੀ ਪੁੱਛਿਆ ਰਾਜੇ, ਰਾਸ਼ਟਰਪਤੀ ਨਹੀਂ ਪੁੱਛਿਆ, ਪ੍ਰਾਈਮ ਮਿਨਿਸਟਰ। 18 ਦੇ ਸਹੀ ਹੈ ਬਿਲਕੁਲ ਰਾਜੇ, ਸਾਰਿਆਂ ਦੇ ਸਹੀ ਅਪਰੋਕਸੀਮੇਟ। ਉਸ ਤੋਂ ਬਾਅਦ ਨੈਕਸਟ ਹੈ ਆਪਣੇ ਕੋਲ ਦ ਆਈਡੀਆ ਆਫ ਦ ਕਨਸਟੀਟਿਊਸ਼ਨ
of India was flashed for the first time by आइडिया किन्ने दिता सीगा इंडियन कॉन्स्टिट्यूशन दा आइडिया ऑफ द कॉन्स्टिट्यूशन ऑफ इंडिया काफ़ी बार तुहानू करवा चुके हैं ये वाला सब तो पहला 1934 ਦੇ ਵਿੱਚ ਆਈਡੀਆ ਦਿੱਤਾ ਸੀਗਾ ਆਈਡੀਆ ਦੇਣ ਵਾਲਾ ਬੰਦਾ ਕੌਣ ਸੀਗਾ ਉਹ ਸੀਗਾ ਆਪਣੇ ਕੋਲ MN ਰੋਏ ਜਿਹੜਾ ਕਮਿਊਨਿਸਟ ਮੂਵਮੈਂਟ ਕਮਿਊਨਿਸਟ ਪਾਰਟੀ ਦੇ ਨਾਲ ਬਿਲੋਂਗ ਕਰਦਾ ਸੀਗਾ ਠੀਕ ਹੈ ਪਿਨੋਰ ਆਫ ਕਮਿਊਨਿਸਟ ਪਾਰਟੀ ਉਹਦਾ ਠੀਕ ਹੈ ਉਸ ਤੋਂ ਬਾਅਦ ਕੀ ਹੈ ਆਪਣੇ ਕੋਲ ਆਨਸਰ ਕੀ ਆ ਗਿਆ B MN ਰੋਏ ਉਸ ਤੋਂ ਬਾਅਦ ਨੈਕਸਟ ਰਾਜੇ ਆਪਣੇ ਕੋਲ next question is the procedure of amendment to the constitution is borrowed from the constitution of amendment वाला procedure ਆਪਾਂ ਕਿਹੜੇ constitution ਤੋਂ ਲਿਆ ਹੈ ज्योति बाला MN ਰੋਏ ਸਹੀ ਹੈ ਰਾਜੇ ਬਿਲਕੁਲ ਰੇਣੂਕਾ ਗੁੱਜਰ ਸਹੀ ਹੈ ਉਸ ਤੋਂ ਬਾਅਦ ਆਪਣੇ ਕੋਲ the procedure of amendment ਕਿਹੜੇ constitution ਤੋਂ ਲਿਆ ਹੈ ਕਿਹੜੇ ਕੰਟਰੀ ਦੇ constitution ਤੋਂ ਲਿਆ ਹੈ ਹਾਂਜੀ द प्रोसीजर ऑफ अमेंडमेंट संविधान संशोधन वाला आपा जेड़ा कॉन्सैप्ट है ये कित्थों लिया है एस कंबोज डी शीनू गुंबर डी नेहा डी बिल्कुल सही है राजे साउथ अफ्रीका तो लिया है आपा ठीक है उस तो बाद जेकर गल करिए इंपोर्टेंट है DPSP आपा कित्थों लिया सीगा DPSP आपा लिया सीगे आयरलैंड तो ठीक है DPSP कित्थों लिया है ਆਇਰਲੈਂਡ ਤੋਂ ਉਸ ਤੋਂ ਬਾਅਦ ਫੰਡਾਮੈਂਟਲ ਰਾਈਟ ਕਿੱਥੋਂ ਲੈ ਸੀਗੇ ਫੰਡਾਮੈਂਟਲ ਰਾਈਟ ਲੈਣੇ USA ਤੋਂ ਅਮਰੀਕਾ ਤੋਂ ਹੋਰ ਵੀ ਕਾਫੀ ਕੁਝ ਲਿਆ ਹੋਇਆ ਹੈ ਇਹ ਇੰਪੋਰਟੈਂਟ ਨੇ ਉਸ ਤੋਂ ਬਾਅਦ ਨੈਕਸਟ ਰਾਜੇ ਆਪਣੇ ਕੋਲ ਦਾ ਈਸਟ ਇੰਡੀਆ ਕੰਪਨੀ ਵਾਸ ਐਸਟੈਬਲਿਸ਼ਡ ਇਨ ਦਾ ਈਅਰ ਕਦੋਂ ਐਸਟੈਬਲਿਸ਼ ਕੀਤੀ ਗਈ ਸੀ ਈਸਟ ਇੰਡੀਆ ਕੰਪਨੀ ਜੇਕਰ ਗੱਲ ਕਰੀਏ ਈਸਟ ਇੰਡੀਆ ਕੰਪਨੀ ਦੀ ਇਹ ਬਣ ਗਈ ਸੀ ਬਣੀ ਤਾਂ 1559 ਦੇ ਵਿੱਚ ਸੀ ਦੇ ਵਿੱਚ ਸੀ ਬਟ ਸਟੇਬਲਾਈਜ਼ ਕਦੋਂ ਹੋਈ ਸੀ ਲਾਗੂ ਕਦੋਂ ਕੀਤੀ ਗਈ ਸੀ 1600 ਦੇ ਵਿੱਚ ਠੀਕ ਹੈ ਰਾਣੀ ਸੀਗੀ ਉਸ ਟਾਈਮ ਰਾਣੀ ਐਲਿਜ਼ਾਬੈਥ ਆਪਣੇ ਕੋਲ ਆਨਸਰ ਕੀ ਆਏਗਾ 1600 ਦਾ ਈਸਟ ਇੰਡੀਆ ਕੰਪਨੀ ਵਾਸ ਸਟੇਬਲਾਈਜ਼ਡ ਇਨ ਦਾ ਈਅਰ 1600 ਸਹੀ ਹੈ ਰਾਜੇ ਸਾਰਿਆਂ ਦਾ ਹੀ ਸਹੀ ਹੈ ਇਹ ਆਪਸ਼ਨ ਉਸ ਤੋਂ ਬਾਅਦ ਦਾ ਕਨਸਟੀਟਿਊਸ਼ਨ assembly set up under the cabinet mission plan had a strength of ਆਪਾਂ ਕਰਿਆ ਸੀਗਾ ਜਿਹੜੀ ਆਪਣਾ ਕਨਸਟੀਟਿਊਸ਼ਨ ਅਸੈਂਬਲੀ ਹੈ ਇਹ ਬਣਨੀ ਸਟਾਰਟ ਹੋਈ ਸੀ ਨਵੰਬਰ 1946 ਦੇ ਵਿੱਚ ਅੰਡਰ ਦਾ ਕੈਬਨਿਟ ਮਿਸ਼ਨ ਪਲਾਨ ਦੇ ਅੰਡਰ ਬਣਨੀ ਸਟਾਰਟ ਹੋਈ ਸੀ ਉਸ ਟਾਈਮ ਇਹਦੇ ਵਿੱਚ 389 ਮੈਂਬਰ ਸੀਗੇ ਲਾਸਟ ਦੇ ਵਿੱਚ ਕਿੰਨੇ ਰਹਿ ਗਏ ਸੀ ਲਾਸਟ ਦੇ ਵਿੱਚ 299 ਰਹਿ ਗਏ ਸੀ ਠੀਕ ਹੈ ਜਿਹੜੇ ਸਟਾਰਟਿੰਗ ਦੇ ਵਿੱਚ ਆਪਣੇ ਕੋਲ 389 ਮੈਂਬਰ ਸੀਗੇ ਤੇ ਲਾਸਟ ਦੇ ਵਿੱਚ 299 ਰਹਿ ਗਏ ਸੀ 299 ਇਹਨਾਂ ਨੇ ਪੁੱਛਿਆ ਹੁਣ ਆਪਣੇ ਕੋਲ ਕਨਸਟੀਟਿਊਸ਼ਨ ਅਸੈਂਬਲੀ ਸੈਟ ਅਪ ਅੰਡਰ ਦਾ ਕੈਬਨਿਟ ਮਿਸ਼ਨ ਪਲਾਨ ਹੈਡ ਅ ਸਟਰੈਂਥ ਆਫ ਉਸ ਟਾਈਮ ਕਿੰਨੇ ਸੀਗੇ 399 ਠੀਕ ਹੈ ਜੇਕਰ ਆਪਾਂ ਗੱਲ ਕਰੀਏ ਕੈਬਨਿਟ ਮਿਸ਼ਨ ਇਹਦਾ ਹੈੱਡ ਕੌਣ ਸੀਗਾ ਜਿਹੜਾ ਕੈਬਨਿਟ ਮਿਸ਼ਨ ਹੈ 3 ਮਿਨਿਸਟਰ ਨੂੰ ਬਣਾ ਕੇ ਬਣਿਆ ਸੀਗਾ ਜਿਹੜਾ ਇਹਦਾ ਹੈੱਡ ਸੀਗਾ ਉਹ ਸੀਗਾ ਲਾਰਡ ਪੈਥਿਕ ਲਾਇਰੈਂਸ ਉਸ ਤੋਂ ਬਾਅਦ ਸੈਕੰਡ ਦੀ ਗੱਲ ਕਰੀਏ ਉਹ ਸੀ ਆਪਣੇ ਕੋਲ A.V. ਅਲੈਗਜ਼ੈਂਡਰ ਠੀਕ ਹੈ ਜੇਕਰ ਥਰਡ ਦੀ ਗੱਲ ਕਰੀਏ ਥਰਡ ਸੀਗਾ ਆਪਣੇ ਕੋਲ ਸਰ ਸਟੈਫਰਡ ਕ੍ਰਿਪਸ ਠੀਕ ਹੈ ਲਿਖ ਲਿਆ ਦੇ ਸਰ ਸਟੈਫਰਡ ਕ੍ਰਿਪਸ ਲਾਰਡ ਪੈਥਿਕ ਲਾਇਰੈਂਸ A.V. ਅਲੈਗਜ਼ੈਂਡਰ ਜੇਕਰ ਹੈੱਡ ਦੀ ਗੱਲ ਕਰੀਏ ਹੈੱਡ ਸੀਗਾ ਆਪਣੇ ਕੋਲ ਲਾਰਡ ਪੈਥਿਕ ਲਾਇਰੈਂਸ ਠੀਕ ਹੈ ਇੰਪੋਰਟੈਂਟ ਨੇ ਮੋਸਟ ਇੰਪੋਰਟੈਂਟ ਕੁਐਸਚਨ ਕਰ ਲਿਆ ਦੇ ਇਹਨਾਂ ਨੂੰ ਉਸ ਤੋਂ ਬਾਅਦ ਨੈਕਸਟ ਹੈ ਆਪਣੇ ਕੋਲ ਰਾਜੇ which one of the following acted as the provisional president of the constitution assembly provisional president ਕੌਣ ਸੀਗਾ ਹਾਂਜੀ ਨਾਮ ਮਾਤਰ ਪ੍ਰੋਵੀਜ਼ਨਲ ਜਾਂ ਟੈਂਪਰੇਰੀ ਪ੍ਰੈਜ਼ੀਡੈਂਟ ਆਫ ਦਾ ਕਨਸਟੀਟਿਊਸ਼ਨ ਅਸੈਂਬਲੀ ਉਹ ਬਣਿਆ ਸੀਗਾ ਆਪਣੇ ਕੋਲ ਜਦੋਂ ਫਸਟ ਮੀਟਿੰਗ ਹੋਈ ਸੀ 9 ਦਸੰਬਰ 1946 ਦੇ ਵਿੱਚ ਉਸ ਟਾਈਮ ਇੱਕ ਟੈਂਪਰੇਰੀ ਪ੍ਰੈਜ਼ੀਡੈਂਟ ਬਣਾਇਆ ਗਿਆ ਸੀ ਉਹ ਬਣਾਇਆ ਗਿਆ ਸੀ ਸਚਿਦਾਨੰਦ ਸਿਨਹਾ ਨੂੰ ਠੀਕ ਹੈ
ਉਸ ਤੋਂ ਬਾਅਦ ਫਿਰ ਇੱਕ 11 ਦਸੰਬਰ ਨੂੰ ਮੀਟਿੰਗ ਹੋਈ ਸੀ 11 ਦਸੰਬਰ 1946 ਦੇ ਵਿੱਚ। ਇਹਦੇ ਵਿੱਚ ਪਰਮਾਨੈਂਟ ਪ੍ਰੈਜ਼ੀਡੈਂਟ ਬਣਾਇਆ ਗਿਆ ਸੀ। ਪਰਮਾਨੈਂਟ ਪ੍ਰੈਜ਼ੀਡੈਂਟ ਕਿਹਨੂੰ ਬਣਾਇਆ ਗਿਆ ਸੀ? ਡਾਕਟਰ ਰਜਿੰਦਰ ਪ੍ਰਸਾਦ ਨੂੰ। ਡਾਕਟਰ ਰਜਿੰਦਰ ਪ੍ਰਸਾਦ ਨੂੰ, ਠੀਕ ਹੈ ਜੀ। ਇਹਦੇ ਵਿੱਚ ਆਨਸਰ ਕੀ ਹੋਏਗਾ? ਪ੍ਰੋਵੀਜ਼ਨਲ ਪ੍ਰੈਜ਼ੀਡੈਂਟ ਸਚਿਦਾਨੰਦ ਸਿन्हा। ਸਹੀ ਹੈ ਰਾਜੇ, ਸਹੀ ਹੈ। ਸਿਮਰਨਤ ਮਿਰਜ਼ਾ, ਰਾਜਪ੍ਰੀਤ ਕੰਬੋਜ, ਇਹ ਬਿਲਕੁਲ ਸਹੀ ਹੈ। ਉਸ ਤੋਂ ਬਾਅਦ ਨੈਕਸਟ ਹੈ ਆਪਣੇ ਕੋਲ who elected the chairman of the drafting committee of the constitution assembly। ਮੋਸਟ ਇੰਪੋਰਟੈਂਟ ਹੈ ਆਪਣੇ ਕੋਲ ਡਰਾਫਟਿੰਗ ਕਮੇਟੀ ਦਾ ਚੇਅਰਮੈਨ। ਇਹ ETT ਕੈਡਰ ਦੇ ਵਿੱਚ ਲਾਸਟ ਟਾਈਮ ਕੁਐਸਚਨ ਪੁੱਛਿਆ ਵੀ ਗਿਆ ਸੀ। ਡਰਾਫਟਿੰਗ ਕਮੇਟੀ ਦਾ ਚੇਅਰਮੈਨ ਕੌਣ ਹੈ? ਉਹ ਹੈ ਆਪਣੇ ਕੋਲ ਡਾਕਟਰ ਭੀਮ ਰਾਓ ਅੰਬੇਦਕਰ। ਡਰਾਫਟਿੰਗ ਕਮੇਟੀ ਦਾ ਚੇਅਰਮੈਨ ਕੌਣ ਹੈ? ਡਾਕਟਰ ਭੀਮ ਰਾਓ ਅੰਬੇਦਕਰ। ਡਰਾਫਟਿੰਗ ਕਮੇਟੀ ਬਣੀ ਕਦੋਂ ਸੀ? 29 ਅਗਸਤ 1946 ਦੇ ਵਿੱਚ। 29 ਅਗਸਤ 46 ਨਹੀਂ 47, 29 ਅਗਸਤ 1946 ਦੇ ਵਿੱਚ, ਠੀਕ ਹੈ। ਸੈਟ ਅਪ 29 ਅਗਸਤ 1947 ਤੇ ਜਿੰਦੇ ਵਿੱਚ 7 ਮੈਂਬਰ ਸੀਗੇ। ਕਰਿਆ ਹੋਇਆ ਆਪਾਂ ਇਹ ਵਾਲਾ, ਠੀਕ ਹੈ। ਉਸ ਤੋਂ ਬਾਅਦ ਨੈਕਸਟ ਰਾਜੇ ਆਪਣੇ ਕੋਲ ਨੈਕਸਟ ਦੇਖੋ ਸਾਡਾ ਇੱਕ ਜਿਹੜਾ ਐਨਟੀਟੀ ਦਾ ਕੋਰਸ ਚੱਲ ਰਿਹਾ ਹੈ, ਪੇਡ ਗਰੁੱਪ ਚੱਲ ਰਿਹਾ, ਜਿਹਦੇ ਵਿੱਚ ਸਾਰਾ ਸਿਲੇਬਸ ਕਵਰ ਕੀਤਾ ਜਾਏਗਾ। ਸਿਰਫ 3000 ਫੀਸ ਹੈ। ਤੁਸੀਂ ਆਪਣਾ ਜਿਹੜਾ ਘਰ ਬੈਠੇ ਇਹ ਤਿਆਰੀ ਕਰ ਸਕਦੇ ਹੋ। ਜਿਹੜੇ CDP ਦਾ ਪੋਰਸ਼ਨ ਹੈ, CDP ਦੇ ਵਿੱਚੋਂ ਅਸੀਂ ਗਰੰਟੀ ਦਿੰਦੇ ਆ ਕਿ 50+ ਨੰਬਰ ਹੋਣਗੇ ਆਊਟ ਆਫ 60, ਠੀਕ ਹੈ। ਤੇ ਓਵਰਆਲ ਨੇ ਜਿਹੜੇ ਤੁਹਾਡੇ ਨੰਬਰ ਮੋਸਟ ਇੰਪੋਰਟੈਂਟ ਵਾਲਾ ਹੀ ਕੰਟੈਂਟ ਕਰਵਾਇਆ ਜਾਏਗਾ, ਐਵੇਂ ਫालतू ਦਾ ਕੁਝ ਵੀ ਨਹੀਂ ਕਰਵਾਇਆ ਜਾਏਗਾ, ਠੀਕ ਹੈ। ਜਿੰਦੇ ਚ ਜਿਹੜੇ ਪੜਨ ਵਾਲੇ ਬੱਚੇ ਨੇ 80+ ਨੰਬਰ ਲੈ ਸਕਦੇ ਨੇ ਆਰਾਮ ਨਾਲ। ਜਿੰਦੇ ਵਿੱਚ ਸਾਰਾ ਸਿਲੇਬਸ ਕਵਰ ਕਰਵਾਇਆ ਜਾਏਗਾ 3000 ਦੇ ਵਿੱਚ। ਤੁਸੀਂ ਇਸ ਨੰਬਰ ਤੇ ਕੰਟੈਕਟ ਕਰ ਸਕਦੇ ਹੋ ਜਿਨ੍ਹਾਂ ਨੇ ਪਰਚੇਜ਼ ਕਰਨਾ ਹੋਵੇ, ਠੀਕ ਹੈ ਜੀ। ਨੈਕਸਟ ਹੈ ਆਪਣੇ ਕੋਲ ਐਂਟੀ ਡਿਫਲੈਕਸ਼ਨ ਲਾ ਇਜ਼ ਗਿਵਨ ਇਨ ਵਿਚ ਸ਼ਡਿਊਲ ਆਫ ਇੰਡੀਅਨ ਕਨਸਟੀਟਿਊਸ਼ਨ। ਐਂਟੀ ਡਿਫਲੈਕਸ਼ਨ ਲਾ ਕਿਹੜੇ ਸ਼ਡਿਊਲ ਦੇ ਵਿੱਚ ਆਉਂਦਾ ਹੈ? ਐਂਟੀ ਡਿਫਲੈਕਸ਼ਨ ਲਾ ਦਲ ਬਦਲ ਦੀ ਨੀਤੀ। ਐਂਟੀ ਡਿਫਲੈਕਸ਼ਨ ਲਾ, ਐਂਟੀ ਡਿਫਲੈਕਸ਼ਨ ਲਾ। PS ਟੈਟ ਵੀ ਚੱਲ ਰਿਹਾ ਰਾਜੇ, PS ਟੈਟ ਵੀ ਚੱਲ ਰਿਹਾ ਆਨਲਾਈਨ। ਤੁਸੀਂ ਕੰਟੈਕਟ ਕਰ ਸਕਦੇ ਹੋ 950999 66606 ਤੇ ਕੋਈ ਵੀ ਕੁਐਰੀ ਹੋਏ ਤਾਂ। ਐਂਟੀ ਡਿਫਲੈਕਸ਼ਨ ਲਾ ਕੁਲਵਿੰਦਰ ਸਿੰਘ D, ਰਾਜਪ੍ਰੀਤ ਕੰਬੋਜ B, ਜੋਤੀ ਬਾਗਲਾ 10th, ਜਸਮੀਤ 9th ਤਾਂ ਆਪਸ਼ਨ ਦੇ ਵਿੱਚ ਹੀ ਨਹੀਂ ਹੈਗਾ। ਆਨਸਰ ਹੈ ਜਿਹੜਾ ਆਪਣੇ ਕੋਲ 10th ਸ਼ਡਿਊਲ ਆਏਗਾ, ਠੀਕ ਹੈ। ਆਨਸਰ ਕੀ ਹੈ? 10th ਸ਼ਡਿਊਲ। ਉਸ ਤੋਂ ਬਾਅਦ ਨੈਕਸਟ ਹੈ ਆਪਣੇ ਕੋਲ ਰਾਜੇ ਨੈਕਸਟ ਕੁਐਸਚਨ ਪਾਰਟ 4 ਕਨਸਟੀਟਿਊਸ਼ਨ ਆਫ ਇੰਡੀਆ ਡੀਲ ਵਿਦ। 4 ਪਾਰਟ ਦੇ ਵਿੱਚ ਕੀ ਆਉਂਦਾ ਹੈ? ਹਾਂਜੀ, ਭਾਗ 4 ਦੇ ਵਿੱਚ ਕੀ ਆਉਂਦਾ ਹੈ? ਕਨਸਟੀਟਿਊਸ਼ਨ ਦੇ ਪਾਰਟ 4 ਦੇ ਵਿੱਚ ਕਿਹਦੇ ਬਾਰੇ ਗੱਲ ਕੀਤੀ ਹੋਈ ਹੈ? ਹਾਂਜੀ, ਉਹ ਹੈ ਆਪਣੇ ਕੋਲ DPSP ਡਾਇਰੈਕਟਿਵ ਪ੍ਰਿੰਸੀਪਲ ਸਟੇਟ ਪਾਲਿਸੀ। ਪਾਰਟ 4 ਦੇ ਅੰਡਰ ਆਉਂਦਾ ਡਾਇਰੈਕਟਿਵ ਪ੍ਰਿੰਸੀਪਲ ਸਟੇਟ ਪਾਲਿਸੀ, ਰਾਜ ਦੇ ਨੀਤੀ ਨਿਰਦੇਸ਼ ਸਿਧਾਂਤ। ਆਰਟੀਕਲ ਨੇ ਆਪਣੇ ਕੋਲ 36 ਤੋਂ ਲੈ ਕੇ 51 ਤੱਕ ਆਰਟੀਕਲ ਆਉਂਦੇ ਨੇ ਇਹਦੇ ਵਿੱਚ, ਠੀਕ ਹੈ। DPSP ਡਾਇਰੈਕਟਿਵ ਪ੍ਰਿੰਸੀਪਲ ਸਟੇਟ ਪਾਲਿਸੀ, ਇਹ ਆਪਾਂ ਲੈ ਕਿੱਥੋਂ ਸੀਗੇ? ਆਇਰਲੈਂਡ ਤੋਂ ਲੈ ਸੀਗੇ। ਨੈਕਸਟ ਰਾਜੇ ਆਪਣੇ ਕੋਲ ਵਿਚ ਪਾਰਟ ਆਫ ਦਾ ਇੰਡੀਅਨ ਕਨਸਟੀਟਿਊਸ਼ਨ ਡੀਲ ਵਿਦ ਫੰਡਾਮੈਂਟਲ ਰਾਈਟ। ਫੰਡਾਮੈਂਟਲ ਰਾਈਟ ਕਿਹੜੇ ਪਾਰਟ ਦੇ ਵਿੱਚ ਆਉਂਦੇ ਨੇ? ਹਾਂਜੀ, ਸਿੰਪਲ ਜਿਹਾ ਕੁਐਸਚਨ, ਇਹ ਵੀ ਬਿਲਕੁਲ ਸੌਖਾ ਹੈ। ਫੰਡਾਮੈਂਟਲ ਰਾਈਟ ਨੇ ਜਿਹੜੇ ਆਪਣੇ ਕੋਲ ਕਿਹੜੇ ਪਾਰਟ ਦੇ ਵਿੱਚ ਆਉਂਦੇ ਨੇ? ਫੰਡਾਮੈਂਟਲ ਰਾਈਟ ਨੇ ਆਪਣੇ ਕੋਲ ਪਾਰਟ 3 ਦੇ ਵਿੱਚ, ਅੰਡਰ ਦਾ ਪਾਰਟ 3, ਜਿੰਦੇ ਵਿੱਚ ਆਰਟੀਕਲ ਨੇ ਆਪਣੇ ਕੋਲ 12 ਤੋਂ ਲੈ ਕੇ 35 ਤੱਕ। ਆਰਟੀਕਲ ਨੇ ਆਪਣੇ ਕੋਲ 12 to 35, ਠੀਕ ਹੈ। ਆਰਟੀਕਲ ਨੇ ਆਪਣੇ ਕੋਲ 12 to 35 ਫੰਡਾਮੈਂਟਲ ਰਾਈਟ। ਨੈਕਸਟ ਰਾਜੇ ਆਪਣੇ ਕੋਲ ਇੰਡੀਅਨ ਕਨਸਟੀਟਿਊਸ਼ਨ ਹੈਜ਼ ਹਾਊ ਮੈਨੀ ਆਰਟੀਕਲ। ਭਾਰਤੀ ਸੰਵਿਧਾਨ ਦੇ ਕਿੰਨੇ ਆਰਟੀਕਲ ਹਨ? ਹਾਂਜੀ, ਇਹ ਜਿਹਨੂੰ ਨਹੀਂ ਆਉਂਦਾ ਉਹਨੇ ਤਾਂ ਕੁਝ ਵੀ ਨਹੀਂ ਕਰਿਆ, ਉਹਦਾ ਮਤਲਬ ਕੁਝ ਵੀ ਨਹੀਂ ਬਣ ਸਕਦਾ ਫਿਰ, ਜੇਕਰ ਇਹ ਵੀ ਨਹੀਂ ਆਉਂਦਾ ਕੁਐਸਚਨ। ਆਨਸਰ ਕੀ ਹੈ? 395। ਇੰਡੀਅਨ ਕਨਸਟੀਟਿਊਸ਼ਨ ਦੇ ਆਰਟੀਕਲ ਕਿੰਨੇ ਨੇ? 395।
395 आर्टिकल, ठीक है। तीन सौ 95 आर्टिकल। उस तो बाद द आइटम एजुकेशन बिलोंग टू, द आइटम एजुकेशन बिलोंग टू, हाँ जी किहदे विच आउंदा एजुकेशन वाला? हाँ जी, एजुकेशन बिलोंग टू द स्टेट। 29 का सी कनकुरेंट लिस्ट, कनकुरेंट सही है राजे, बिल्कुल सही है। बलजिंदर कौर एट प्रेजेंट आर्टिकल 465 प्लस ने, 465 470 के अप्रोक्सीमेट ने, ठीक है। कनकुरेंट लिस्ट के विच आउंदा है एजुकेशन। कनकुरेंट का लिस्ट का मतलब की है कि जिहड़ी पावर है, जिहड़ी पावर है वो की है स्टेट के कोल भी है ते यूनीयन के कोल भी है एजुकेशन वाली, ठीक है। समवर्ती सूची, हाँ जी पंजाबी च समवर्ती सूची ही बोलते हैं। नैक्सट क्वेश्चन है राजे अपने कोल, विच शेड्यूल ऑफ कॉन्स्टिट्यूशन प्रोविजन रिगार्डिंग एलोकेशन ऑफ सीट इन राज्य सभा। हाँ जी, एलोकेशन सीट इन राज्य सभा किहड़े आर्टिकल दे अंडर आउंदा है? हाँ जी 30 नंबर क्वेश्चन, सरबजीत कौर सी के पीछे वाला है वाला। थर्टी नंबर क्वेश्चन किसी ने भी नहीं पता? नेहा छाबड़ा सी, 9th शेड्यूल। कोई होर? जसमीत सिंह भी की होएगा राज्य सभा? ये होएगा अपने कोल 4th शेड्यूल, ठीक है। 4th शेड्यूल। 30 का बी, 5th नहीं है राजे। देखो की है, फस्ट दे विच सी अपने कोल यूनीयन एंड इट्स टैरिटरी वाले गल की गई है। सैकेंड दे विच की सी सैलरी, तो उस तो बाद थर्ड दे विच की है ऑथ, उस तो बाद 4th नंबर दे विच की है एलोकेशन सीट ऑफ राज्य सभा, एलोकेशन सीट इन राज्य सभा। जेकर 5 नंबर की गल करिए 5 दे विच की है अपने कोल, वो सीगा अपने कोल जिहड़े स्पैशल जिन्होंने स्टेट दिता गया, मतलब शेड्यूल ट्राइब ते शेड्यूल एरिया वाले ने, ठीक है। तो जिहड़ा 6 नंबर सी उहदे विच स्पैशल स्टेटां मैंशन कीतियां होईयां ने, जिहड़ा आपां याद रखिया सी ATM असम, त्रिपुरा, मेघालय, मिजोरम। तो उस तो बाद 7 नंबर सीगा, 7 नंबर दे विच की सीगा लैंगुएज आउंदियां ने। तो उस तो बाद 8 नंबर सीगा, 8 नंबर दे विच की सीगा, शायद गलत हो गया ना, गलत हो गया। 8 नंबर दे विच की सीगा, 9th सीगा अपने कोल लैंड रिफॉर्म, लैंड रिफॉर्म। 10 नंबर सीगा अपने कोल एंटी डिफ्लैक्शन ला, ते 11 नंबर है अपने कोल पंचायती राज, ते 12 नंबर है अपने कोल म्यूनसिपल। 7 नंबर किहड़ा सीगा? हाँ जी 8th लैंगुएज, हाँ 8 लैंगुएज वाला सी, ठीक है 8 लैंगुएज वाला सी। 7 नंबर सीगा अपने कोल यूनीयन लिस्ट वाला, यूनीयन लिस्ट। 7 नंबर सी अपने कोल यूनीयन लिस्ट वाला, ते 8 नंबर सीगा लैंगुएज वाला, ठीक है। आ शेड्यूल सीगे अपने कोल, किन्ने को औखे ने याद करने वाले, ठीक है। इन्हों देख लिया, देख करवाया है पहला, पढ़ लिया चंगी तरह सारे, तुहानू एक बार ओवरव्यू देता इन्हों सारिया का, ठीक है। नैक्सट है अपने कोल राजे क्वेश्चन, द 9th शेड्यूल टू द इंडियन कॉन्स्टिट्यूशन वाज एडेड बाय, जिहड़ा 9वां शेड्यूल है अपने कोल 9th शेड्यूल सी लैंड रिफॉर्म वाला, लैंड रिफॉर्म वाला। एक किहड़ी अमेंडमेंट द्वारा ऐड किया गया सी? हाँ जी लैंड रिफॉर्म वाला है, किहड़ी अमेंडमेंट द्वारा ऐड किया गया सी? लैंड रिफॉर्म
ਭੂਮੀ ਸੁਧਾਰ ਸੰਬੰਧੀ, ਇਹ ਸੀ ਆਪਣੇ ਕੋਲ ਫਸਟ ਅਮੈਂਡਮੈਂਟ। ਫਸਟ ਅਮੈਂਡਮੈਂਟ ਸੀ, ਫਸਟ ਅਮੈਂਡਮੈਂਟ ਦੁਆਰਾ ਇਹਨੂੰ ਐਡ ਕੀਤਾ ਗਿਆ ਸੀ। 42 ਕਿਧਰੋਂ ਆ ਗਿਆ ਸ਼ੀਨੂ ਗੁੰਬਰ ਜੀ? 42 नहीं है राजे, फर्स्ट अमेंडमेंट सी 9th शेड्यूल वाली, ठीक है, लैंड रिफॉर्म। भाई लैंड रिफॉर्म वाली फर्स्ट अमेंडमेंट है। अनीता बत्रा डी की गल है, सारे डी दे मगर पै गए हो। उस तो बाद नैक्सट है अपने को क्वेश्चन, द फर्स्ट कंट्री विच अडॉप्टेड प्रैम्बल फॉर इट्स रिटन कॉन्स्टिट्यूशन। हाँ जी, केड़ी कंट्री है जिन्हें प्रैम्बल अडॉप्ट कराया सी रिटन कॉन्स्टिट्यूशन वास्ते? हाँ जी, मोस्ट इंपोर्टेंट है ये वाला भी, वो है अपने को यूएसए। यूएसए, ठीक है। विच इज द हाईएस्ट लॉ ऑफ द लैंड? हाईएस्ट लॉ केड़ा है? जेकर आपां इत्थे गल करिए हाईएस्ट लॉ वो केड़ा है अपने कोल? द इंडियन कॉन्स्टिट्यूशन। हाईएस्ट लॉ है अपना कॉन्स्टिट्यूशन, ठीक है। सही है राजे, सही है। हाईएस्ट लॉ है अपना इंडियन कॉन्स्टिट्यूशन, इंडियन कॉन्स्टिट्यूशन। उस तो बाद नैक्सट राजे अपने कोल नैक्सट कुछ भी नहीं है। ठीक है, उस तो बाद नैक्सट क्वेश्चन अपने को, वेयर कैन वी सी द वैल्यू ऑफ इंडियन डेमोक्रेसी इन द कॉन्स्टिट्यूशन? डेमोक्रेसी आपां कॉन्स्टिट्यूशन दे विच, संविधान दे विच डेमोक्रेसी बारे किहदे विच पढ़दे हां? हाँ जी, बस राजे आप 40 क्वेश्चन करने ने, 40 क्वेश्चन करने ने बस, बाकी हैगे तो बहुत सारे ने, अप्रोक्सीमेट 60 क्वेश्चन ने। बाकी देखांगे जो टाइम मिले, नैक्सट टाइम उदों करांगे। हाँ जी, डेमोक्रेसी इन द कॉन्स्टिट्यूशन, डेमोक्रेसी किहदे विच है? एस कंबोज 34A, प्रैम्बल, राजप्रीत ए, नेहा छाबड़ा ए। सही है राजे, प्रैम्बल दे विच ही है। आपां जिहड़ा डेमोक्रेसी बारे पढ़िया होया वो किहदे विच करिया? प्रैम्बल दे विच। डेमोक्रेसी भी 2 टाइप दी हुंदी है, किहड़ी-किहड़ी? एक हुंदी है डायरैक्ट डेमोक्रेसी ते एक हुंदी है इनडायरैक्ट डेमोक्रेसी। इनडायरैक्ट डेमोक्रेसी, ठीक है। 2 टाइप दी डेमोक्रेसी है, डायरैक्ट एंड इनडायरैक्ट। उस तो बाद नैक्सट है अपने कोल नैक्सट which of the following is described as the soul of constitution? संविधान दी आत्मा किनू बोलिया जाता है? संविधान दी आत्मा किनू बोलिया जाता है ते किहदे द्वारा बोलिया गया? हाँ जी, बहुत बार करवाया है भी। जिहड़े ऑफलाइन वाले सी उन्हां नूं जेकर ना पता होया तो शर्म वाली गल होनी चाहिए, शर्म आनी चाहिए उन्होंने। तो फिर प्रैम्बल दे विच प्रैम्बल नूं बोलिया गया साउल ऑफ कॉन्स्टिट्यूशन, ठीक है। प्रैम्बल नूं बोलिया गया साउल ऑफ कॉन्स्टिट्यूशन। साउल ऑफ कॉन्स्टिट्यूशन संविधान की आत्मा किंदे द्वारा बोलिया गया सी? प्रैम्बल डॉक्टर अंबेडकर, ज्योति बाला, एस कंबोज डॉक्टर अंबेडकर, सिमरन तमीजा अंबेडकर, शीनू गुंबर अंबेडकर। गलत है राजे, अंबेडकर बिल्कुल गलत है। ये प्रैम्बल की आप गल कर रहे हैं, ना कि आर्टिकल 32 की गल कर रहे हैं। हाँ जी, शीनू गुंबर बहुत बार करवाया ये वाला, किसी को नहीं पता। वो परसन सीगा अपने को ठाकुरदास भार्गव, ठाकुरदास भार्गव, ठीक है, जिन्हें प्रैम्बल नूं बोलिया सी साउल ऑफ कॉन्स्टिट्यूशन, संविधान की आत्मा। आर्टिकल जिहड़ा 32 है इनू हार्ट एंड साउल बोलिया गया सी बाय डॉक्टर भीमराव अंबेडकर। हार्ट एंड साउल ऑफ कॉन्स्टिट्यूशन, हार्ट एंड साउल ऑफ कॉन्स्टिट्यूशन।
बाय डॉक्टर भीमराव अंबेडकर, डॉक्टर भीमराव अंबेडकर। ठीक है राजे। ठाकुरदास भार्गव द्वारा बोलिया गया है प्रैम्बल नूं साउल ऑफ कॉन्स्टिट्यूशन, संविधान दी आत्मा। नैक्सट राजे अपने कोल which of the following form is described for India in the preamble of constitution? हाँ जी, a sovereign democratic republic, socialist democratic republic, a sovereign socialist secular democratic republic, a republic। ਕਿਹੜਾ ਸਹੀ ਹੈ ਇਹਦੇ ਵਿੱਚੋਂ, ਕਿਹੜਾ ਸਹੀ ਹੈ, ਕਿਹੜਾ ਸਹੀ ਹੈ? अमरजीत कौर सी, नेहा छाबड़ा सी, सीनू गुंबर 36 सी। सही है राजे, बिल्कुल सही है। ये सीरियल सीक्वेंस वाइज ही लगे हुए हैं, सॉवरन सोशलिस्ट सैकुलर डेमोक्रेटिक रिपब्लिक। ठीक है। उस तो बाद नैक्सट है अपने कोल विच ऑफ द फॉलोइंग टर्म इज नॉट यूज्ड इन द preamble, विच ऑफ द फॉलोइंग टर्म इज नॉट यूज्ड एज इन द preamble। रिपब्लिक ਨੂੰ ਵੀ ਯੂਜ਼ ਕਰਿਆ ਹੋਇਆ ਹੈ, ਸੋਸ਼ਲਿਸਟ ਨੂੰ ਵੀ, ਸੈਕੂਲਰ ਨੂੰ ਵੀ, ਬਟ ਫੈਡਰਲ ਵਾਲਾ ਕਨਸੈਪਟ ਜਿਹੜਾ ਪ੍ਰੈਂਬਲ ਦੇ ਵਿੱਚ ਨਹੀਂ ਹੈਗਾ। ਠੀਕ ਹੈ। ਪ੍ਰੈਂਬਲ ਦੇ ਵਿੱਚ ਆਪਾਂ ਇਹਨੂੰ ਯੂਜ਼ ਨਹੀਂ ਕਰਿਆ ਹੋਇਆ। उस तो बाद नेक्स्ट है द फर्स्ट कंट्री विच अडॉप्टेड preamble फॉर इट्स रिटन कॉन्स्टिट्यूशन। फर्स्ट कंट्री विच अडॉप्टेड preamble फॉर इट्स रिटन कॉन्स्टिट्यूशन। फर्स्ट कंट्री विच अडॉप्टेड preamble इट्स रिटन कॉन्स्टिट्यूशन केड़ी कंट्री सी पहली जिसने प्रैम्बल नू अडॉप्ट कराया सी? 38A सही है राजे, USA। आई थिंक ये पहला भी आप कर लिया क्वेश्चन। नेक्स्ट है अपने कोल हाउ मैनी टाइम्स हैज द preamble ऑफ द कॉन्स्टिट्यूशन हैज बीन अमेंडेड। हाँ जी, हाउ मैनी टाइम्स हैज द preamble ऑफ द कॉन्स्टिट्यूशन हैज बीन अमेंडेड। किन्ने बार अमेंड किया गया है? इनू हजे तक एक बारी अमेंडमेंट कराया गया। वो अमेंडमेंट सी 42nd कॉन्स्टिट्यूशन अमेंडमेंट। ठीक है। 42nd कॉन्स्टिट्यूशन अमेंडमेंट द्वारा इनू अमेंड कराया गया। अजे तक एक बारी अमेंड कराया गया तो 3 वर्ड आपां ऐड किए सी। नैक्सट भी वही है इन विच अमेंडमेंट द वर्ड सोशलिस्ट सैकुलर एंड यूनिटी एंड इंटीग्रिटी ऑफ द नेशनल were added to the preamble of the constitution in India। एक ही अमेंडमेंट हुई है 42nd जिंदे द्वारा ये 3 वर्ड ऐड किए गए सी। हाँ जी, बस करिए, इन्ना बहुत है। वैसे काफ़ी कुछ कर लिया आप इहदे विच। जिन्होंने लैक्चर ध्यान नाल देखा है उन्होंने तो पता लग्या होएगा कि आप कितना कुछ कराया है। बहुत मोस्ट वाले मोस्ट इंपोर्टेंट क्वेश्चन सीगे, मोस्ट इंपोर्टेंट क्वेश्चन। फोर्टी हो गए है तो होर भी बहुत, बट हुण टाइम नहीं है इन्ना। बाकी आप नैक्सट टाइम करांगे जदों भी आप क्लास लगाई लाई। ठीक है। समझ लग्या राजे? समझ लग्या है? हाँ जी। क्लास किवें दी लगी आ दसो। जेकर वधिया लगी होए तो इनू लाइक एंड शेयर जरूर करो। जेकर सही नहीं लगी तो तुसी डिसलाइक भी कर सकते हो। ठीक है। तुहाडे कोल अथॉरिटी है। जेकर सही नहीं लगी तो तुसी डिसलाइक भी कर सकते हो। तो साडे चैनल नू सबसक्राइब भी जरूर करो एंड शेयर भी करो। ठीक है जी। थैंक यू राजे, थैंक यू। इन्ना ही करांगे आपां अज। ते इहदी तुहानूं PDF मिल जाएगी।
PDF ਹੈ ਜਿਹੜੀ ਤੁਹਾਨੂੰ ਐਪ ਦੇ ਵਿੱਚ ਮਿਲ ਜਾਏਗੀ, ਠੀਕ ਹੈ, ਜਾਂ ਜਿਹੜੇ ਪੇਡ ਵਾਲੇ ਨੇ ਉਹਨਾਂ ਨੂੰ ਗਰੁੱਪ ਦੇ ਵਿੱਚ ਆ ਜਾਏਗੀ, ਇਹ ਵਾਲੀ PDF ਮਿਲ ਜਾਏਗੀ, ਬਟ ਅੱਜ ਨਹੀਂ ਮਿਲੇਗੀ ਕਿਉਂਕਿ ਕੁਝ ਕੁ ਕੁਐਸਚਨ ਨੇ ਜਿਹੜੇ ਆਪਾਂ ਅਜੇ ਕਰਨੇ ਨੇ, ਇਹ PDF ਬਾਅਦ ਦੇ ਵਿੱਚ ਮਿਲੇਗੀ ਤੁਹਾਨੂੰ। ਕੁਐਸਚਨ ਅਜੇ ਵੈਸੇ ਕਾਫੀ ਸਾਰੇ ਨੇ। एक मिनट देख लीजिए। टू क्वेश्चन ने, बाकी ਆਪਾਂ ਨੈਕਸਟ ਕਲਾਸ ਦੇ ਵਿੱਚ ਕਰਾਂਗੇ। 50 ਕੁਐਸਚਨ ਲੈ ਕੇ ਆਵਾਂਗੇ ਨੈਕਸਟ ਕਲਾਸ ਵਿੱਚ। ਥੈਂਕ ਯੂ ਜੀ, ਇੰਨਾ ਹੀ ਕਰਾਂਗੇ ਅੱਜ ਆਪਾਂ ਰਾਜੇ। ਥੈਂਕ ਯੂ।